ਜਦੋਂ ਮੇਰੇ ਪਾਪਾ ਹੁੰਦੇ ਤਾਂ ਸ਼ਾਇਦ ਸਾਡੀ ਲਾਈਫ ਇਦਾਂ ਦੀ ਨਾ ਹੁੰਦੀ ਹੈ ਨਾ ਵੀ ਜੋ ਹੈਗੀ ਆ ਵੀ ਕਿਤੇ ਨਾ ਕਿਤੇ ਵੀ ਮੈਨੂੰ ਮੇਰੇ ਭਰਾ ਦਾ ਸਹਾਰਾ ਬਣਨਾ ਚਾਹੀਦਾ ਜਾਨੀ ਜਦੋਂ ਪਰਿਵਾਰਕ ਮੈਂਬਰ ਚਲਾ ਜਾਂਦਾ ਜਿਵੇਂ ਮੇਰੇ ਪਾਪਾ ਚਲੇ ਗਏ ਤਾਂ ਇਹਨਾਂ ਨੇ ਕਿਸੇ ਨੇ ਸਾਡੇ ਰਿਸ਼ਤੇਦਾਰ ਨੇ ਸਾਡਾ ਸਾਥ ਨਹੀਂ ਦਿੱਤਾ ਹੈਗਾ ਉਸ ਟਾਈਮ ਜਾਨੀ ਫਿਰ ਜਾਨੀ ਸਾਡਾ ਮਨ ਇੰਨਾ ਦੁਖੀ ਹੋ ਗਿਆ ਵੀ ਇਸ ਕੰਡੀਸ਼ਨ ਤੇ ਆ ਗਏ ਅਸੀਂ ਵੀ ਚਾਹੇ ਉਹਨਾਂ ਨੂੰ ਮਾਰ ਦੋ ਚਾਹੇ ਆਪ ਮਰ ਜਾਓ ਜਾਨੀ ਮੈਨੂੰ ਦੁੱਖ ਇੰਨਾ ਕਰ ਰੱਬ ਇੱਕ ਮੈਨੂੰ ਮੁੰਡਾ ਜ਼ਰੂਰ ਬਣਾ ਕੇ ਭੇਜਦਾ ਕੁੜੀ ਨਾ ਬਣਾ ਕੇ ਭੇਜਦਾ ਜੀ ਪਰ ਚਲੋ ਹੁਣ ਵੀ ਮੈਂ ਹੈਪੀ ਹਾਂ ਜਾਨੀ ਮੈਨੂੰ ਕੋਈ ਤਕਲੀਫ ਨਹੀਂ ਹੈ ਇਸ ਚੀਜ਼ ਦੇ ਵਿੱਚ ਜਾਨੀ ਲੋਕ ਮਜ਼ਾਕ ਉਡਾਉਂਦੇ ਹੁੰਦੇ ਸੀ ਮੇਰਾ ਆਖੇ ਹਾਂ ਇਹ ਕੁੜੀ ਖੇਤੀ ਕਰ ਲੂਗੀ ਇਹ ਪਰ ਮੈਂ ਜਾਨੀ ਕਦੇ ਉਹਨਾਂ ਲੋਕਾਂ ਨੂੰ ਸੀਰੀਅਸਲੀ ਲਿਆ ਹੀ ਨਹੀਂ ਹੈ ਜਿਵੇਂ ਕਹਿੰਦੇ ਉਹਨੇ ਹਾਥੀ ਮਸਤ ਆਪਣੀ ਚਾਲ ਚੱਲੀ ਜਾ ਰਿਹਾ ਉਹਦੇ ਪਿੱਛੇ ਜੋ ਮਰਜ਼ੀ ਹੋਈ ਜਾਵੇ ਉਹਨੂੰ ਕੋਈ ਮਤਲਬ ਨਹੀਂ ਮੈਂ ਇੱਕ ਚੀਜ਼ ਦੇਖੀ ਜਦੋਂ ਵੀ ਇਹ ਚੀਜ਼ ਸੋਚੀ ਜਿੱਥੇ ਵੀ ਅਸੀਂ ਰਿਸ਼ਤੇ ਦੀ ਗੱਲ ਕੀਤੀ ਨਾ ਅਗਲਾ ਕਹਿੰਦਾ ਕੁੜੀਓ ਖੇਤੀ ਕਰੂਗੀ ਆ ਕੇ ਸਾਡੇ ਵੀ ਕੀ ਗੱਲ ਉਹਨਾਂ ਦੇ ਮੁੰਡਿਆਂ ਦੀ ਮੇਰੇ ਲਈ ਕੋਈ ਜ਼ਿੰਮੇਵਾਰੀ ਨਹੀਂ ਹੈ ਜਾਣੀ ਇਹ ਚੀਜ਼ ਸੋਚਣ ਤੋਂ ਬਾਅਦ ਮੈਂ ਤਾਂ ਮੈਰਿਜ ਮੁਰਿਜ ਬਾਰੇ ਬਿਲਕੁਲ ਵਿਚਾਰ ਛੱਡ ਹੀ ਦਿੱਤਾ ਜਾਣੀ ਮੈਂ ਜਾਣੀ ਬਸ ਇਹੀ ਲਾਈਫ ਆ ਇਹਦੇ ਵਿੱਚ ਹੀ ਬਹੁਤ ਖੁਸ਼ ਆ ਜਾਣੀ ਫਿਰ ਜਾਣੀ ਕਿ ਹੌਲੀ ਹੌਲੀ ਮੈਂ ਸਭ ਕੁਝ ਜਾਣੀ ਉਰੇ ਸੈੱਟ ਕਰਨਾ ਸ਼ੁਰੂ ਕੀਤਾ ਜਾਣੀ ਕੰਮ ਕਰਕੇ ਆਪਣਾ ਜਿਵੇਂ ਸਾਨੂੰ ਉਰੇ ਪਾਣੀ ਦੀ ਦਿੱਕਤ ਸੀ ਮੋਟਰ ਵਗੈਰਾ ਨਹੀਂ ਸੀਗੀ ਸਾਰੇ ਖਰਚੇ ਮੈਂ ਜਾਣੀ ਖੇਤੀ ਦੇ ਵਿੱਚੋਂ ਕੱਢ ਕੇ ਆਪਣੇ ਪੂਰੇ ਕਰਨੇ ਸ਼ੁਰੂ ਕਰ ਲਏ ਜਾਣੀ ਜੀ ਫਿਰ ਜਾਣੀ ਖਾਲ ਵਗੈਰਾ ਨੂੰ ਚੱਕ ਕੇ ਮੈਂ ਅੰਡਰ ਪਾਈਪ ਕੀਤੇ ਜਾਣੀ ਫਿਰ ਮੈਂ ਜਾਣੀ ਉਹ ਤੋਂ ਬਾਅਦ ਆਪਣੇ ਚਾਚੇ ਤਾਇਆ ਯੂਨੀਆਂ ਜਿਹੜੇ ਮੇਰੇ ਉਹਨਾਂ ਦੀ ਜ਼ਮੀਨ ਵੀ ਮੈਂ ਠੇਕੇ 'ਤੇ ਲੈਣੀ ਸ਼ੁਰੂ ਕਰ ਲਈ ਜਾਣੀ ਨਾਲ ਜਾਣੀ ਉਹ ਤੋਂ ਬਾਅਦ ਫਿਰ ਮੈਨੂੰ ਖੇਤਾਂ ਦੇ ਨਾਲ ਹੀ ਇੰਨਾ ਪਿਆਰ ਹੋ ਗਿਆ ਮੈਨੂੰ ਇਹ ਲੱਗਦਾ ਹੁੰਦਾ ਸੀ ਵੀ ਸ਼ਾਇਦ ਇਹਨਾਂ ਤੋਂ ਬਿਨਾਂ ਮੈਂ ਜੀ ਨਹੀਂ ਸਕਦੀ ਹੈਗੀ ਜਾਣੀ ਬਸ ਜਦ ਤੋਂ ਮੈਂ ਮਨ ਬਣਾ ਲਿਆ ਵੀ ਜਿੰਨੀ ਦੇਰ ਲਾਈਫ ਹੈ ਇੱਥੇ ਹੀ ਰਹਿਣਾ ਅਤੇ ਇੱਥੇ ਹੀ ਕੰਮ ਕਰਨਾ ਹੈ ਅਤੇ ਆਪ ਹੀ ਕਰਨਾ ਹੈ ਪ੍ਰੋ ਪੰਜਾਬ ਟੀਵੀ ਦੀ ਹਮੇਸ਼ਾ ਇਹ ਕੋਸ਼ਿਸ਼ ਰਹੀ ਹੈ ਕਿ ਆਪਣੇ ਦਰਸ਼ਕਾਂ ਨੂੰ ਨਵੀਆਂ ਤੋਂ ਨਵੀਆਂ ਅਹਿਮ ਸ਼ਖਸੀਅਤਾਂ ਬਾਰੇ ਜਾਣੂ ਕਰਾਇਆ ਜਾਵੇ ਰੂਬਰੂ ਕਰਾਇਆ ਜਾਵੇ ਜਿਨ੍ਹਾਂ ਨੇ ਕਿਸੇ ਨਾ ਕਿਸੇ ਖੇਤਰ ਵਿੱਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਹੋਣ ਅੱਜ ਤੁਹਾਨੂੰ ਅਜਿਹੀ ਸ਼ਖਸੀਅਤ ਨਾਲ ਮਿਲਾ ਰਹੇ ਹਾਂ ਜਿਨ੍ਹਾਂ ਨੇ ਖੇਤੀ ਖੇਤਰ ਵਿੱਚ ਨਵੀਆਂ ਪਲਾਂਘਾਂ ਪੱਟੀਆਂ ਨੇ ਮਿਸਾਲ ਕਾਇਮ ਕੀਤੀ ਹੈ ਕਿ ਕੁੜੀਆਂ ਮਰਦਾਂ ਨਾਲੋਂ ਘੱਟ ਨਹੀਂ ਸਾਡੇ ਨਾਲ ਮੌਜੂਦ ਨੇ ਅਨੁਰੰਜਨਦੀਪ ਕੌਰ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਜਾਣਦੇ ਉਹਨਾਂ ਦੀ ਕਹਾਣੀ ਅਨੁਰੰਜਨ ਜੀ ਪ੍ਰੋ ਪੰਜਾਬ ਟੀਵੀ 'ਤੇ ਬਹੁਤ ਬਹੁਤ ਸਵਾਗਤ ਹੈ ਅਨੁਰੰਜਨ ਜੀ ਮੈਨੂੰ ਇਹ ਦੱਸੋ ਵੀ ਖੇਤੀ ਕਰਨ ਦਾ ਸਬੱਬ ਕਿਵੇਂ ਬਣਿਆ ਤੁਸੀਂ ਆਪ ਇਕੱਲੇ ਖੇਤੀ ਕਰਦੇ ਹੋ ਇਹ ਸਬੱਬ ਕਿਵੇਂ ਬਣਿਆ ਵੀਰ ਜੀ ਸਾਡੇ ਕੁਛ ਘਰੇਲੂ ਪ੍ਰੋਬਲਮਸ ਇੱਦਾਂ ਦੀਆਂ ਰਹੀਆਂ ਵੀ ਰਿਸ਼ਤੇਦਾਰ ਮੇਰੇ ਪਾਪਾ ਦੀ ਡੈਥ ਤੋਂ ਬਾਅਦ ਵੀ ਕਾਫੀ ਉਹਨਾਂ ਨੇ ਸਾਨੂੰ ਤੰਗ ਕੀਤਾ ਜੀ ਅਤੇ ਜਿਸ ਚੀਜ਼ 'ਚੋਂ ਫਿਰ ਨਿਕਲਣ ਦੇ ਲਈ ਹਾਰ ਕੇ ਸਾਡੇ ਪਾਸ ਕੋਈ ਚਾਰਾ ਨਹੀਂ ਸੀ ਅਤੇ ਫਿਰ ਉਸ ਟਾਈਮ ਅਸੀਂ ਖੇਤੀ ਕਰਨੀ ਸ਼ੁਰੂ ਕੀਤੀ ਜੀ ਜਾਣੀ ਅਤੇ ਉਦੋਂ ਤੋਂ ਲੈ ਕੇ ਫਿਰ ਅੱਜ ਤੱਕ ਖੇਤੀ ਦੇ ਵਿੱਚ ਆਪਾਂ ਹੁਣ ਜਾਣੀ ਐਕਸਪਰਟ ਹੋ ਗਏ ਹਾਂ ਜੀ ਜਾਣੀ ਠੀਕ ਨਹੀਂ ਜੀ ਆਪਣੇ ਕੰਮ ਕਾਰ ਸਾਰੇ ਆਪ ਕਰੀਦੇ ਹਾਂ ਜੀ ਫਾਦਰ ਦੀ ਡੈਥ ਕਦੋਂ ਹੋਈ ਅਤੇ ਉਸ ਤੋਂ ਬਾਅਦ ਕਦੋਂ ਤੁਹਾਡੇ ਮੋਢਿਆਂ 'ਤੇ ਜ਼ਿੰਮੇਵਾਰੀ ਆਉਂਦੀ ਹੈ ਮੇਰੇ ਪਾਪਾ ਦੀ ਡੈਥ 91 ਦੇ ਵਿੱਚ ਹੋਈ ਸੀਗੀ ਅਤੇ ਉਹ ਤੋਂ ਬਾਅਦ ਫਿਰ ਅਸੀਂ ਸਾਰਾ ਕੁਛ ਇੱਥੋਂ ਛੱਡ ਕੇ ਮੇਰੇ ਨਾਨਕੇ ਚਲੇ ਗਏ ਸੀਗੇ ਅਤੇ ਉਹ ਤੋਂ ਬਾਅਦ ਮੈਂ 2002 ਦੇ ਵਿੱਚ ਆਪਣੀ ਸਟੱਡੀ ਕੰਪਲੀਟ ਕੀਤੀ ਅਤੇ ਉਹ ਤੋਂ ਬਾਅਦ ਫਿਰ ਜਾਣੀ ਅਸੀਂ 2005 ਦੇ ਵਿੱਚ ਦੁਬਾਰਾ ਇੱਥੇ ਵਾਪਸ ਆਏ ਜਾਣੀ ਜਦੋਂ ਅਸੀਂ ਫਿਰ ਖੇਤੀ ਕਰਨੀ ਸਟਾਰਟ ਕੀਤੀ ਜੀ ਆ ਕੇ ਜਾਣੀ ਅਤੇ ਉਦੋਂ ਕਾਫੀ ਜਾਣੀ ਹਾਰਡਸ਼ਿਪਸ ਦੇਖੀਆਂ ਅਸੀਂ ਪ੍ਰੋਬਲਮਸ ਇੱਕ ਖਾਸ ਕਰਕੇ ਇੱਕ ਕੁੜੀ ਹੋਣ ਦੇ ਲਈ ਮੈਨੂੰ ਬਹੁਤ ਜ਼ਿਆਦਾ ਸਾਹਮਣਾ ਕਰਨਾ ਪਿਆ ਜਾਣੀ ਇਸ ਚੀਜ਼ ਨੂੰ ਪਰ ਜਾਣੀ ਮੈਂ ਵੀ ਆਪਣਾ ਮਨ ਬਣਾ ਕੇ ਵੀ ਹਾਰਨਾ ਨਹੀਂ ਹੈ ਚਲੋ ਇੱਕ ਵਾਰੀ ਡਿੱਗਾਂਗੇ ਤਾਂ ਦੂਜੀ ਵਾਰੀ ਖੜ੍ਹੇ ਤਾਂ ਹੋਵਾਂਗੇ ਹੀ ਜਾਣੀ ਅਤੇ ਲਗਾਤਾਰ ਇਸ ਚੀਜ਼ ਨੂੰ ਆਪਾਂ ਕੰਟੀਨਿਊ ਰੱਖਿਆ ਮੈਂ ਵੀ ਜਾਣੀ ਜੀ ਕੀ ਦਿੱਕਤਾਵਾਂ ਆਈਆਂ ਕਿਉਂਕਿ ਖੇਤੀ ਆਮ ਤੌਰ 'ਤੇ ਇੱਕ ਮਰਦਾਂ ਦਾ ਕਿੱਤਾ ਮੰਨਿਆ ਜਾਂਦਾ ਹੈ ਮਰਦ ਹੀ ਕਰਦੇ ਹੈਗੇ ਹੈ ਕੀ ਦਿੱਕਤਾਵਾਂ ਆਈਆਂ ਜਦੋਂ ਤੁਸੀਂ ਖੇਤੀ ਕਰਦੇ ਕਿਉਂਕਿ ਜਦੋਂ ਅਸੀਂ ਖੇਤੀ ਸਟਾਰਟ ਕੀਤੀ ਸੀ ਦੇਖੋ ਅਸੀਂ 0 ਲੈਵਲ 'ਤੇ ਸੀ ਸਾਡੇ ਕੋਲ ਉਸ ਟਾਈਮ ਪੈਸੇ ਪੱਖੋਂ ਵੀ ਅਸੀਂ ਬਹੁਤ ਵੀਕ ਸੀ ਕਿਉਂਕਿ ਪਾਪਾ ਤਾਂ ਪਹਿਲਾਂ ਹੀ ਚਲੇ ਗਏ ਸੀ ਜੀ ਅਤੇ ਮੇਰੇ ਮੰਮਾ ਨੂੰ ਸਿਰਫ 1000 ਰੁਪਏ ਉਸ ਟਾਈਮ ਪੈਨਸ਼ਨ ਮਿਲਦੀ ਸੀਗੀ ਅਤੇ ਅਸੀਂ 3 ਭੈਣ ਭਰਾ ਸੀਗੇ 2 ਭੈਣਾਂ ਅਸੀਂ ਅਤੇ ਇੱਕ ਭਰਾ ਹੈ ਮੇਰਾ ਹੁਣ ਤੁਸੀਂ ਆਪਣੇ ਆਪ ਸੋਚੋ ਵੀ ਉਨੇ ਕੁ ਨਾਲ ਬੰਦਾ ਕੀ ਗੁਜ਼ਾਰਾ ਕਰ ਸਕਦਾ ਹੈ ਤਾਂ ਫਿਰ ਉਸ ਟਾਈਮ ਜਾਣੀ ਮੇਰੇ ਬ੍ਰਦਰ ਨੂੰ ਫਿਰ 2004 ਦੇ ਵਿੱਚ ਜੋਬ ਮਿਲੀ ਸੀ ਅਤੇ ਫਿਰ ਸਾਨੂੰ
ਮਤਲਬ ਬਹੁਤ ਔਖੇ ਹੋ ਕੇ ਉਹਨੂੰ ਜਾਣ ਆਉਣ ਦੀ ਪ੍ਰੋਬਲਮ ਰਹਿੰਦੀ ਸੀ। ਫਿਰ ਅਸੀਂ ਮੋਟਰਸਾਈਕਲ ਲਿਆ ਜਾਣੀ ਉਹਨੇ ਆਪਣੇ ਲਈ ਵੀ ਮੈਨੂੰ ਸੌਖਾ ਰਹੇ। ਤਾਂ ਫਿਰ ਜਦੋਂ ਅਸੀਂ ਖੇਤੀ ਸਟਾਰਟ ਕੀਤੀ ਤਾਂ ਅਸੀਂ ਉਹਦਾ ਮੋਟਰਸਾਈਕਲ ਸੀਗਾ ਜਿਹੜਾ ਉਹ ਵੀ ਵੇਚ ਕੇ ਪੈਸੇ ਅਸੀਂ ਇੱਧਰ ਖੇਤੀ ਦੇ ਵਿੱਚ ਇਨਵੈਸਟ ਕੀਤੇ ਜੀ ਜਾਣੀ ਉਸ ਟਾਈਮ। ਤੇ ਫਿਰ ਹੌਲੀ ਹੌਲੀ ਜਾਣੀ ਅਸੀਂ ਫਿਰ ਸਾਰੀ ਸੈਟਿੰਗ ਕੀਤੀ ਜੀ। ਕੁਛ ਨਹੀਂ ਸੀ, ਬੋਰ ਬੂਰ ਪਾਣੀ ਦੀ ਬਹੁਤ ਦਿੱਕਤ ਸੀ ਜੀ। ਤੇ ਵਿੱਚ ਫਿਰ ਜਿਹੜੇ ਮੇਰੇ ਮਾਸੜ ਜੀ ਹੋਣੀ ਜੀ ਰਿਸ਼ਤੇਦਾਰ ਜਿਨ੍ਹਾਂ ਨੇ ਸਾਡਾ ਬਹੁਤ ਸਾਥ ਦਿੱਤਾ ਉਸ ਟਾਈਮ, ਫਿਰ ਉਹਨਾਂ ਨੇ ਆਪਣੇ ਪੱਲਿਓਂ ਵੀ ਜਾਣੀ ਪੈਸੇ ਲਾ ਕੇ ਸਾਡੀ ਹਰ ਮਦਦ ਕੀਤੀ। ਤੇ ਫਿਰ ਚਲੋ ਇੱਕ ਵਾਰੀ ਤਾਂ ਉਹ ਬਾਹ ਬੀਜ ਕੇ ਕਰ ਗਏ ਸਾਰਾ ਕੁਛ, ਹੈ ਨਾ। ਆਪਾਂ ਹੁਣ ਰਿਸ਼ਤੇਦਾਰ ਨੂੰ ਵਾਰ-ਵਾਰ ਵੀ ਤੰਗ ਕਰਦੇ ਨਹੀਂ ਜੀ ਚੰਗੇ ਲੱਗਦੇ ਹੈਗੇ। ਫਿਰ ਉਹ ਤੋਂ ਬਾਅਦ ਜਾਣੀ ਮੈਂ ਸੋਚਣਾ ਵੀ ਪਿੰਡ ਚਲੋ ਇੱਥੋਂ ਕਿਰਾਏ ਤੇ ਆਪਾਂ ਕੰਮ ਕਰਵਾ ਲੈਂਦੇ ਹਾਂ, ਤਾਂ ਮੇਰੇ ਕੋਈ ਕਿਰਾਇਆ ਵੀ ਨਹੀਂ ਸੀ ਕਰਨਾ ਆਉਂਦਾ ਹੁੰਦਾ ਜਾਣੀ। ਤੇ ਫਿਰ ਉਸ ਟਾਈਮ ਮੇਰੇ ਬ੍ਰਦਰ ਦੇ ਦੋਸਤ ਸੀਗੇ ਕਾਫੀ ਦੂਰ ਉੱਧਰ ਲੁਧਿਆਣੇ ਸਾਈਡ ਦੇ, ਉਹਨਾਂ ਨੇ ਵਿੱਚ ਆ ਕੇ ਫਿਰ ਸਾਡੇ ਖੇਤ ਵਾਹ ਕੇ ਜਾਣੇ ਜਾਣੀ ਕੱਦੂ ਕਰਕੇ ਜਾਣਾ ਜਿਵੇਂ। ਤੇ ਫਿਰ ਇੱਦਾਂ ਹੌਲੀ ਹੌਲੀ ਫਿਰ ਮੈਂ ਕੁਛ ਪੈਸੇ ਜੋੜਨੇ ਸ਼ੁਰੂ ਕੀਤੇ ਜਾਣੀ ਜੀ। ਤੇ ਕੁਛ ਮੈਂ ਪਾਲਿਸੀ ਪਾਈ ਸੀਗੀ ਆਪਣੇ ਬ੍ਰਦਰ ਦੀ ਕੋਈ, ਉਹਦੇ ਵਿੱਚ ਉਸ ਟਾਈਮ ਮੈਂ ਲੱਖ ਕੁ ਰੁਪਇਆ ਲਗਾਇਆ ਸੀ ਜਾਣੀ। ਤੇ ਫਿਰ ਮੈਂ ਉਹ ਵੀ ਕਢਵਾ ਲਏ। ਫਿਰ ਮੈਂ ਕਢਵਾ ਕੇ ਜਾਣੀ ਹੌਲੀ ਹੌਲੀ ਆਪਣਾ ਸੰਦਾ ਜਿਵੇਂ ਥੋੜ੍ਹਾ ਬਹੁਤਾ ਟਰੈਕਟਰ ਚੱਲਦਾ ਜਿਹਾ ਲੈ ਲਿਆ ਕਿਸੇ ਦੇ ਨਾਲ ਸਾਂਝਾ ਜਾਣੀ ਜੀ। ਤੇ ਉਹਨੂੰ ਲੈਣ ਤੋਂ ਬਾਅਦ ਫਿਰ ਜਾਣੀ ਹੌਲੀ ਹੌਲੀ ਮਤਲਬ ਵਧਾਉਂਦੇ ਵਧਾਉਂਦੇ ਮੈਂ ਫਿਰ ਜਾਣੀ ਇੱਦਾਂ ਖੇਤੀ ਕਰਕੇ ਆਪਣੇ ਸੰਦ ਸੁੰਦ ਬਣਾਉਣੇ ਸ਼ੁਰੂ ਕੀਤੇ। ਜਾਣੀ ਮੈਂ ਲੋਕਾਂ ਤੋਂ ਭਰੋਸਾ ਹੀ ਛੱਡ ਦਿੱਤਾ ਵੀ ਜਦੋਂ ਕੋਈ ਸਾਥ ਹੀ ਨਹੀਂ ਦਿੰਦਾ ਜੀ, ਹੈ ਨਾ, ਆਪਣਾ ਕੰਮ ਆ ਤੇ ਆਪਾਂ ਆਪ ਹੀ ਕਰਨਾ ਜਾਣੀ। ਪਿੰਡ ਵਾਲਿਆਂ ਨੇ ਕਿਉਂ ਨਹੀਂ ਸਾਥ ਦਿੱਤਾ? ਕੀ ਕਾਰਨ ਰਹੇ ਵੀ ਪਿੰਡ ਵਾਲੇ, ਜਿਵੇਂ ਤੁਸੀਂ ਕਹਿ ਰਹੇ ਹੋ ਕਿਰਾਇਆ ਕਰਨ ਨਹੀਂ ਆਉਂਦੇ ਸੀ, ਕੀ ਕਾਰਨ ਰਹੇ? ਇੱਕ ਲੜਕੀ ਹੋ ਕੇ ਖੇਤੀ ਕਰਦੀ ਆ, ਕਿਵੇਂ ਕਰ ਲੇਗੀ ਇਹ, ਵੀ ਕੁਛ ਵੀ ਨਹੀਂ ਕਰ ਸਕਦੀ ਹੈਗੀ। ਤੇ ਫਿਰ ਜਾਣੀ ਪਿੰਡ ਦੇ ਉਸ ਟਾਈਮ ਸ਼ੁਰੂ ਤੋਂ ਹੀ ਜਾਣੀ ਸਾਡਾ ਸਾਥ ਨਹੀਂ ਸੀ ਦਿੰਦੇ ਹੈਗੇ ਲੋਕ ਜਾਣੀ। ਤੇ ਸਾਡੇ ਘਰ ਦੇ ਵਿੱਚ ਜਿਵੇਂ ਦੇ ਮਾਹੌਲ 'ਚ ਅਸੀਂ ਪਲੇ ਸੀ ਬੱਚੇ ਵੀ, ਅਸੀਂ ਉਸ ਟਾਈਮ ਵੀ ਲੋਕਾਂ ਦੇ ਘਰ ਜਾਣੀ ਸਾਨੂੰ ਜਾਣ ਦੀ ਮਨਾਹੀ ਹੁੰਦੀ ਸੀ ਵੀ ਅਸੀਂ ਜਾ ਨਹੀਂ ਸਕਦੇ ਜੀ, ਅਸੀਂ ਆਪਣੇ ਘਰ ਹੀ ਰਹਿਣਾ ਹੈ ਜਾਣੀ। ਤਾਂ ਕਰਕੇ ਫਿਰ ਜਾਣੀ ਇੱਥੇ ਕੋਈ ਨਹੀਂ ਸੀ ਆਉਂਦਾ ਹੁੰਦਾ ਜੀ ਜਾਣੀ ਇੱਦਾਂ ਕਿਰਾਇਆ ਕਰਨ। ਜੇ ਮੈਂ ਲੈ ਕੇ ਵੀ ਆਉਣਾ ਤਾਂ ਮੈਂ ਦੂਜੇ ਪਿੰਡਾਂ 'ਚ ਜਾ ਕੇ ਮਿੰਨਤਾਂ ਕਰਕੇ ਉੱਥੋਂ ਲੈ ਕੇ ਆਉਣਾ ਲੋਕਾਂ ਨੂੰ ਜਾਣੀ। ਤੁਸੀਂ ਵਿੱਚ ਸਭ ਤੋਂ ਵੱਡੇ ਹੋ ਨਹੀਂ, ਭੈਣ ਭਰਾਵਾਂ 'ਚ? ਮੇਰੇ ਤੋਂ ਵੱਡੇ ਮੇਰੇ ਸਿਸਟਰ ਨੇ ਤੇ ਮੈਂ ਦੂਜੇ ਨੰਬਰ ਤੇ ਆ, ਤੇ ਬ੍ਰਦਰ ਮੇਰੇ ਤੋਂ ਵੀ ਛੋਟੇ ਨੇ ਜਾਣੀ ਜੀ। ਅਨੁਰੰਜਨ, ਤੁਸੀਂ ਕਿੰਨਾ ਕੁ ਪੜ੍ਹੇ ਹੋ? ਮੈਂ ਡਬਲ MA ਕੀਤੀ ਹੈ ਜੀ, ਇੰਗਲਿਸ਼ ਤੇ ਪੰਜਾਬੀ, ਇਕਨੋਮਿਕਸ ਤੇ ਸੌਰੀ ਪੰਜਾਬੀ ਦੀ ਜੀ। ਹਾਂਜੀ। ਫਿਰ ਤੁਸੀਂ ਕਦੋਂ ਸੋਚਿਆ ਵੀ ਇੰਨਾ ਪੜ੍ਹ ਲਿਖਣ ਤੋਂ ਬਾਅਦ ਵੀ ਮੈਂ ਖੇਤੀ ਕਰਨੀ ਹੈ? ਤੁਸੀਂ ਜ਼ਿੰਮੇਵਾਰੀ ਤੁਹਾਡੇ ਸਿਰ ਤੇ ਕਿਵੇਂ ਪਈ ਖੇਤੀ ਦੀ? ਕਿਉਂਕਿ ਜਦੋਂ ਫਿਰ ਮੈਂ ਵੀ ਮੇਰੇ ਘਰ ਦੇ ਹਾਲਾਤ ਦੇਖੇ, ਹੈ ਨਾ, ਇਨਕਮ ਦਾ ਤਾਂ ਕੋਈ ਸੋਰਸ ਹੀ ਨਹੀਂ। ਹੁਣ ਬ੍ਰਦਰ ਮੇਰਾ ਇਕੱਲਾ ਹੈ ਤੇ ਮੈਨੂੰ ਹਮੇਸ਼ਾ ਹੀ ਫੀਲ ਹੁੰਦਾ ਸੀ ਵੀ ਜਦੋਂ ਮੇਰੇ ਪਾਪਾ ਹੁੰਦੇ ਤਾਂ ਸ਼ਾਇਦ ਸਾਡੀ ਲਾਈਫ ਇੱਦਾਂ ਦੀ ਨਾ ਹੁੰਦੀ, ਹੈ ਨਾ, ਵੀ ਜੋ ਹੈਗੀ ਆ, ਵੀ ਕਿਤੇ ਨਾ ਕਿਤੇ ਵੀ ਮੈਨੂੰ ਮੇਰੇ ਭਰਾ ਦਾ ਸਹਾਰਾ ਬਣਨਾ ਚਾਹੀਦਾ ਜਾਣੀ। ਜਾਣੀ ਫਿਰ ਇਹ ਸੋਚ ਕੇ ਜਾਣੀ ਮੈਂ ਇਸ ਲਾਈਨ ਦੇ ਵਿੱਚ ਜਾਣੀ ਆ ਗਈ ਜੀ ਜਾਣੀ। ਫਿਰ ਮੈਂ ਇਹਦੇ ਵਿੱਚ ਵੀ ਆਉਣ ਤੋਂ ਬਾਅਦ ਜਾਣੀ ਮੈਂ 2-3 ਸਾਲ ਇੱਥੇ ਲਗਾਏ ਖੇਤਾਂ ਦੇ ਵਿੱਚ। ਤੇ ਫਿਰ ਜਾਣੀ ਮੈਂ ਮਨ ਕੀਤਾ ਵੀ ਚਲੋ ਵੀ ਹੁਣ ਮੈਂ ਬਾਹਰ ਜਾਣਾ। ਫਿਰ ਮੈਂ ਆਈਲਟਸ ਵੀ ਕੀਤੀ, ਆਈਲੈਟਸ ਕੀਤੀ ਤੇ ਮੈਨੂੰ 6.5 ਬੈਂਡ ਆਏ ਜਾਣੀ। ਫਿਰ ਮੈਂ ਜਾਣੀ ਮੇਰਾ ਵੀਜ਼ਾ ਲੱਗਿਆ, ਮੈਂ ਆਸਟ੍ਰੇਲੀਆ ਵੀ ਜਾ ਕੇ ਆਈ ਜਾਣੀ। ਤੇ ਉੱਥੇ ਵੀ ਮੈਂ ਘੱਟੋ ਘੱਟ 9 ਮਹੀਨੇ ਲਗਾਏ। ਤੇ ਉੱਥੇ ਫਿਰ ਜਾਣ ਤੋਂ ਬਾਅਦ ਜਾਣੀ ਮੇਰੇ ਮੰਮਾ ਦਾ ਐਕਸੀਡੈਂਟ ਹੋ ਗਿਆ ਜਾਣੀ, ਇਹਨਾਂ ਦੇ ਸਿਰ ਦੇ ਵਿੱਚ ਕਾਫੀ ਸੱਟ ਲੱਗੀ ਜਾਣੀ। ਫਿਰ ਜਾਣੀ ਉਹਨਾਂ ਦੀ ਕੰਡੀਸ਼ਨ ਨੂੰ ਦੇਖਦੇ ਹੋਏ ਫਿਰ ਮੈਂ ਜਾਣੀ ਉੱਥੋਂ ਵਾਪਸ ਆ ਗਈ ਵੀ ਚਲੋ ਫਾਦਰ ਸਾਹਿਬ ਤਾਂ ਪਹਿਲਾਂ ਹੀ ਨਹੀਂ ਹੈ, ਵੀ ਹੁਣ ਮਦਰ ਆ ਵੀ ਉਹਨਾਂ ਦੇ ਨਾਲ ਰਹਿਣਾ ਹੈ ਜੀ। ਫਿਰ ਜਾਣੀ ਜੀ ਹੌਲੀ ਹੌਲੀ ਮੈਂ ਸਭ ਕੁਛ ਜਾਣੀ ਉਰੇ ਸੈੱਟ ਕਰਨਾ ਸ਼ੁਰੂ ਕੀਤਾ ਜਾਣੀ ਕੰਮ ਕਰਕੇ ਆਪਣਾ। ਜਿਵੇਂ ਸਾਨੂੰ ਉਰੇ ਪਾਣੀ ਦੀ ਦਿੱਕਤ ਸੀ, ਮੋਟਰ ਵਗੈਰਾ ਨਹੀਂ ਸੀਗੀ, ਸਾਰੇ ਖਰਚੇ ਮੈਂ ਜਾਣੀ ਖੇਤੀ ਦੇ ਵਿੱਚੋਂ ਕੱਢ ਕੇ ਆਪਣੇ ਪੂਰੇ ਕਰਨੇ ਸ਼ੁਰੂ ਕਰ ਲਏ ਜਾਣੀ ਜੀ। ਫਿਰ ਜਾਣੀ ਖਾਲ ਵਗੈਰਾ ਨੂੰ ਚੱਕ ਕੇ ਮੈਂ ਅੰਡਰ ਪਾਈਪ ਕੀਤੇ ਜਾਣੀ। ਉਹ ਤੋਂ ਬਾਅਦ ਫਿਰ ਜਾਣੀ ਹੌਲੀ ਹੌਲੀ ਜਦੋਂ ਸੈਟਿੰਗ ਹੋ ਗਈ ਫਿਰ ਜਾਣੀ ਜੀ ਚਲੋ ਫਿਰ ਮੈਂ ਜਾਣੀ ਉਹ ਤੋਂ ਬਾਅਦ ਆਪਣੇ ਚਾਚੇ ਤਾਇਆ ਜੀ ਹੋਣੀ ਆ ਜਿਹੜੇ ਮੇਰੇ, ਉਹਨਾਂ ਦੀ ਜ਼ਮੀਨ ਵੀ ਮੈਂ ਠੇਕੇ 'ਤੇ ਲੈਣੀ ਸ਼ੁਰੂ ਕਰ ਲਈ ਜਾਣੀ ਨਾਲ ਵੀ ਜਾਣੀ। ਉਹ ਤੋਂ ਬਾਅਦ ਫਿਰ ਮੈਨੂੰ ਖੇਤਾਂ ਦੇ ਨਾਲ ਹੀ ਇੰਨਾ ਪਿਆਰ ਹੋ ਗਿਆ, ਮੈਨੂੰ ਇਹ ਲੱਗਦਾ ਹੁੰਦਾ ਸੀ ਵੀ ਸ਼ਾਇਦ ਇਹਨਾਂ ਤੋਂ ਬਿਨਾਂ ਮੈਂ ਜੀ ਨਹੀਂ ਸਕਦੀ ਹੈਗੀ ਜਾਣੀ। ਬਸ ਜਦ ਤੋਂ ਮੈਂ ਮਨ ਬਣਾ ਲਿਆ ਵੀ ਜਿੰਨੀ ਦੇਰ ਲਾਈਫ ਹੈ ਇੱਥੇ ਹੀ ਰਹਿਣਾ ਅਤੇ ਇੱਥੇ ਹੀ ਕੰਮ ਕਰਨਾ ਹੈ ਅਤੇ ਆਪ ਹੀ ਕਰਨਾ ਹੈ ਜਾਣੀ। ਜਦੋਂ ਜ਼ਮੀਨ ਵਾਹੁਣ ਤੋਂ ਪਹਿਲਾਂ ਜ਼ਮੀਨ ਲੈਣ 'ਚ ਵੀ, ਆਪਣੀ ਜ਼ਮੀਨ ਲੈਣ 'ਚ ਵੀ ਦਿੱਕਤਾਂ ਆਈਆਂ, ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ? ਉਹ ਤੁਹਾਨੂੰ ਪਤਾ ਹੀ ਹੈ ਜੀ, ਜਦੋਂ ਪਰਿਵਾਰਕ ਮੈਂਬਰ ਚਲਾ ਜਾਂਦਾ, ਜਿਵੇਂ ਮੇਰੇ ਪਾਪਾ ਚਲੇ ਗਏ, ਤਾਂ ਇਹਨਾਂ ਨੇ ਕਿਸੇ ਨੇ, ਸਾਡੇ ਰਿਸ਼ਤੇਦਾਰ ਨੇ ਸਾਡਾ ਸਾਥ ਨਹੀਂ ਦਿੱਤਾ ਹੈਗਾ ਉਸ ਟਾਈਮ ਜਾਣੀ।
ਜਾਣੀ ਉਹਨਾਂ ਨੂੰ ਸਮਝਾਉਣ ਦੀ ਬਜਾਏ ਸਾਰੇ ਉਹਨਾਂ ਤੋਂ ਡਰਦੇ ਸੀਗੇ ਤੇ ਉਹਨਾਂ ਦੀ ਸਪੋਰਟ ਕਰਦੇ ਸੀਗੇ। ਜਾਣੀ ਫਿਰ ਜਾਣੀ ਸਾਡਾ ਮਨ ਇੰਨਾ ਦੁਖੀ ਹੋ ਗਿਆ ਵੀ ਇਸ ਕੰਡੀਸ਼ਨ ਤੇ ਆ ਗਏ ਅਸੀਂ ਵੀ ਚਾਹੇ ਉਹਨਾਂ ਨੂੰ ਮਾਰ ਦਿਓ ਚਾਹੇ ਆਪ ਮਰ ਜਾਓ। ਜਾਣੀ ਫਿਰ ਅਸੀਂ ਇਹ ਸਟੈਪ ਚੁੱਕਿਆ ਜੀ ਉੱਠ। ਜਾਣੀ ਫਿਰ ਅਸੀਂ ਕੋਰਟ ਦੇ ਵਿੱਚ ਜਾ ਕੇ ਫਿਰ ਅਸੀਂ ਆਪਣੀ ਜ਼ਮੀਨ ਵੀ ਛਡਾਈ ਤੇ ਅਸੀਂ ਆਪਣਾ ਘਰ ਵੀ ਉਹਨਾਂ ਤੋਂ ਵਾਪਸ ਲਿਆ। ਨਹੀਂ ਦੇਖੋ ਹੁਣ ਆਪਾਂ ਇੱਥੇ ਬੈਠੇ ਹਾਂ ਮੇਰੀ ਮੋਟਰ ਤੇ, ਆਹ ਸਾਡਾ ਰੂਮ ਹੈ। ਇੱਥੇ ਮੈਂ ਮੇਰੇ ਮਦਰ ਨੇ ਦੇਖ ਲਓ ਉੱਚੇ ਪਿੰਡ ਤੋਂ ਅਸੀਂ 6 ਕਿਲੋਮੀਟਰ ਡੇਲੀ ਪੈਦਲ ਚੱਲ ਕੇ ਆਉਣਾ, ਸ਼ਾਮ ਨੂੰ ਦੇਖ ਲਓ ਅਸੀਂ ਵਾਪਸ ਜਾਣਾ ਤੇ ਇੱਥੇ ਹੀ ਰਾਤ ਕਈ ਵਾਰੀ ਰਹਿਣਾ। ਅਸੀਂ ਜਿਹੜੀ ਬਹੁਤ ਸੰਘਰਸ਼ ਕੀਤਾ, ਜਿੰਨਾ ਕਹਿ ਲਈਏ ਉਨਾ ਜ਼ਿਆਦਾ ਜਾਣੀ ਜੀ। ਮਾਂ ਵੱਲੋਂ ਵੀ ਸਹਿਯੋਗ ਮਿਲਦਾ ਰਿਹਾ ਖੇਤੀ 'ਚ? ਹਾਂਜੀ, ਉਹਨਾਂ ਨੇ ਮੇਰੀ ਬਹੁਤ ਸਪੋਰਟ ਕੀਤੀ। ਜਾਣੀ ਉਹਨਾਂ ਨੇ ਕਦੇ ਇਹ ਫਰਕ ਨਹੀਂ ਕੀਤਾ ਹੈਗਾ ਵੀ ਇਹ ਕੁੜੀ ਆ ਵੀ ਇਹ ਆਹ ਕੰਮ ਨਹੀਂ ਕਰ ਸਕਦੀ। ਜਾਣੀ ਉਹਨਾਂ ਨੇ ਹਮੇਸ਼ਾ ਮੈਨੂੰ ਬੜਾਵਾ ਦਿੱਤਾ ਇਸ ਗੱਲ 'ਚ ਵੀ ਤੂੰ ਕਰ, ਕੋਈ ਚੱਕਰ ਨਹੀਂ ਹੈ ਜਾਣੀ ਜੀ। ਬਾਕੀ ਮੇਰੇ ਪਾਪਾ ਸੀਗੇ ਜਿਵੇਂ ਉਹਨਾਂ ਨੂੰ ਖੇਤੀ ਦਾ ਬਹੁਤ ਸ਼ੌਂਕ ਸੀ ਜੀ। ਜਾਣੀ ਮੈਂ ਹੁਣ ਵੀ ਸੁਣਦੀ ਹਾਂ ਲੋਕਾਂ ਦੇ ਮੂੰਹੋਂ ਉਹਨਾਂ ਦੀ ਪ੍ਰਸ਼ੰਸਾ। ਉਹ ਇਹ ਗੱਲ ਕਹਿੰਦੇ ਹੁੰਦੇ ਪਿੰਡ ਦੇ ਲੋਕ, ਕਹਿੰਦੇ ਵੀ ਉਹ ਬਲਦੇਵ ਸਿੰਘ ਇਹੋ ਜਿਹਾ ਬੰਦਾ ਸੀ ਜਿਹੜਾ ਪੁੱਠੇ ਪਾਸੇ ਨੂੰ ਵੀ ਤਵੀਆਂ ਨਾਲ ਖੇਤ ਵਾਹ ਲੈਂਦਾ ਸੀ। ਤੇ ਫਿਰ ਕਹਿੰਦੇ ਹੁੰਦੇ ਆ ਵੀ ਖੂਨ ਦੇ ਵਿੱਚ ਹਨਾ ਪੇਰੈਂਟਸ ਤੋਂ ਵੀ ਬੱਚੇ ਨੂੰ ਕੁਛ ਤਾਂ ਚੀਜ਼ਾਂ ਮਿਲਦੀਆਂ ਹੀ ਵਿਰਾਸਤ ਦੇ ਵਿੱਚ ਆਪਾਂ ਨੂੰ, ਵੀ ਸਮਝ ਲਓ ਉਹ ਚੀਜ਼ ਮੈਨੂੰ ਵੀ ਮਿਲੀ। ਪਰ ਜਾਣੀ ਮੈਨੂੰ ਦੁੱਖ ਇੰਨਾ ਕਿ ਰੱਬ ਇੱਕ ਮੈਨੂੰ ਮੁੰਡਾ ਜ਼ਰੂਰ ਬਣਾ ਕੇ ਭੇਜਦਾ, ਕੁੜੀ ਨਾ ਬਣਾ ਕੇ ਭੇਜਦਾ ਜਾਣੀ। ਪਰ ਚਲੋ ਹੁਣ ਵੀ ਮੈਂ ਹੈਪੀ ਹਾਂ, ਜਾਣੀ ਮੈਨੂੰ ਕੋਈ ਤਕਲੀਫ ਨਹੀਂ ਹੈ ਇਸ ਚੀਜ਼ ਦੇ ਵਿੱਚ। ਜਾਣੀ ਨਾ ਮੈਨੂੰ ਕੰਮ ਕਰਨ 'ਚ ਕੋਈ ਸ਼ਰਮ ਆ, ਕੋਈ ਮੈਨੂੰ ਕੁਛ ਕਹੀ ਜਾਵੇ। ਦੇਖੋ ਮੈਂ ਆਪਣੇ ਘਰ ਕਰਨਾ ਹੈ, ਠੀਕ ਆ ਕਿ ਨਹੀਂ, ਨਾ ਮੈਨੂੰ ਕੋਈ ਮਤਲਬ ਆ ਕਿਸੇ ਤੱਕ ਦੀ। ਜਾਣੀ ਮਨ 'ਚ ਇਹ ਖਿਆਲ ਕਿਉਂ ਆਉਂਦਾ ਵੀ ਰੱਬ ਮੈਨੂੰ ਮੁੰਡਾ ਬਣਾ ਕੇ ਭੇਜਦਾ, ਕੁੜੀ ਨਾ? ਕਿਉਂਕਿ ਮੇਰਾ ਜਿਹੜਾ ਬ੍ਰਦਰ ਆ ਨਾ ਉਹ ਬਹੁਤ ਸਾਊ ਆ, ਉਹ ਕੁੜੀਆਂ ਵਰਗਾ ਹੈ। ਉਹ ਲੜਨ ਲੁੜਨ ਦੇ ਮੈਟਰ 'ਚ ਬਿਲਕੁਲ ਵੀ ਨਹੀਂ ਹੈਗਾ। ਜਾਣੀ ਇਹ ਸੋਚ ਕੇ ਮੈਨੂੰ ਲੱਗਦਾ ਵੀ ਸ਼ਾਇਦ ਰੱਬ ਉਹਨੂੰ ਕੁੜੀ ਬਣਾ ਦਿੰਦਾ, ਮੈਨੂੰ ਮੁੰਡਾ ਬਣਾਉਂਦਾ ਵੀ। ਜਾਣੀ ਜੀ ਚਲੋ ਪਰ ਹੈ ਠੀਕ ਆ ਅਸੀਂ ਜਾਣੀ ਹੁਣ ਵੀ ਜੋ ਹੈਗੇ ਆ ਜੀ। ਜਾਣੀ ਕੀ ਸੁਣਨਾ ਪੈਂਦਾ ਆਮ ਤੌਰ ਤੇ, ਕੀ ਹੁਣ ਤੱਕ ਤੁਸੀਂ ਸੁਣਿਆ ਪਿੰਡ ਵਾਲਿਆਂ ਤੋਂ ਜਾਂ ਆਮ ਤੌਰ ਤੇ ਲੋਕਾਂ ਚੋਂ? ਕਿਉਂਕਿ ਖੇਤੀ 'ਚ ਬਹੁਤ ਸਾਰੇ ਮਰਦਾਂ ਨਾਲ ਵਾਹ ਪੈਂਦਾ ਹੈਗਾ, ਕਿਉਂਕਿ ਤੁਸੀਂ ਮੰਡੀ 'ਚ ਜਾਣਾ ਹੁੰਦਾ ਹੈ, ਆੜਤ ਦਾ ਕੰਮ ਹੁੰਦਾ, ਹੋਰ 100 ਗੱਲਾਂ ਹੁੰਦੀਆਂ ਨੇ। ਤੇ ਉਸ ਤਰ੍ਹਾਂ ਉਦੋਂ ਕੋਈ ਦਿੱਕਤ ਦਾ ਸਾਹਮਣਾ ਕਰਨਾ ਪਿਆ? ਉਦੋਂ ਵਿਵਹਾਰ ਕਿਸੇ ਦਾ ਚੰਗਾ ਮਾੜਾ ਹੁੰਦਾ ਸੀ? ਜਿਵੇਂ ਹੁਣ ਮੈਂ ਫਸਲ ਬੀਜਣੀ ਆ ਆਪਣੀ ਵੇਚਣੀ ਆ, ਜਾਣੀ ਮੰਡੀ 'ਚ ਮੈਂ ਤੁਹਾਨੂੰ ਸੱਚ ਕਹਾਂ ਮੈਂ ਨਹੀਂ ਕਦੇ ਗਈ, ਬਹੁਤ ਘੱਟ ਗਈ ਆ। ਜਾਣੀ ਕਿਉਂਕਿ ਉੱਥੇ ਵੀ ਫਿਰ ਲੋਕ ਇਹ ਦੇਖਦੇ ਆ ਵੀ ਕੁੜੀ ਆ ਗਈ ਮੰਡੀ ਦੇ ਵਿੱਚ ਹਨਾ, ਬਾਕੀ ਦੇ ਸਭ ਦੇ ਜੈਂਟਸ ਹੁੰਦੇ ਨੇ ਉੱਥੇ। ਤੇ ਹੁਣ ਫਿਰ ਮੇਰਾ ਬ੍ਰਦਰ ਜਿਵੇਂ ਜੌਬ ਕਰਦਾ ਉਹ ਨਹੀਂ ਜਾ ਸਕਦਾ ਜੀ ਹਨਾ, ਉਹਨੂੰ ਵੀ ਜੌਬ ਦਾ ਟਾਈਮ ਵੀ ਉਹੀ ਆ। ਤਾਂ ਉਸ ਟਾਈਮ ਫਿਰ ਅਸੀਂ ਇੱਦਾਂ ਹੀ ਫਸਲ ਜਾਣੀ ਮੰਡੀ ਦੇ ਵਿੱਚ ਸੁੱਟ ਆਉਣੀ ਆ ਤੇ ਕਿਸੇ ਦੇ ਨੂੰ ਬੋਲ ਆਉਣਾ ਵੀ ਸਾਡੀ ਢੇਰੀ ਦਾ ਖਿਆਲ ਰੱਖਣਾ ਹੈ। ਬਾਕੀ ਜਿਹੜਾ ਆੜਤੀ ਹੈ ਜਿਵੇਂ ਅਸੀਂ ਉਹਦੇ ਨਾਲ ਵੀ ਪਹਿਲਾਂ ਹੀ ਗੱਲ ਕਰਕੇ ਰੱਖਣੀ ਆ ਵੀ ਸਾਨੂੰ ਆਹ ਪ੍ਰੋਬਲਮ ਹੈ, ਇਹਦੇ ਵਿੱਚ ਸਾਨੂੰ ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ। ਜਾਣੀ ਫਿਰ ਉਹ ਹਰ ਇੱਕ ਸਾਡੇ ਨਾਲ ਵਧੀਆ ਕੋਆਪਰੇਟ ਕਰਦਾ, ਸਾਨੂੰ ਕੋਈ ਦਿੱਕਤ ਪ੍ਰੋਬਲਮ ਨਹੀਂ ਆਉਂਦੀ ਹੈਗੀ। ਜਾਣੀ ਪਰ ਇੱਕ ਝਿਜਕ ਜਾਂ ਡਰ ਜ਼ਰੂਰ ਹੈਗਾ ਵੀ ਮੈਂ ਮੰਡੀ 'ਚ ਨਹੀਂ ਜਾਣਾ ਹੈਗਾ, ਉੱਥੇ ਮੈਂ ਜਾਊਂਗੀ ਤਾਂ ਉੱਥੇ ਸਾਰੇ ਮਰਦ ਹੁੰਦੇ ਨੇ, ਮੈਂ ਇਕੱਲੀ ਕੁੜੀ ਹਾਂ। ਨਹੀਂ ਵੀਰ ਜੀ, ਪਰ ਮੈਨੂੰ ਇਹ ਦੇਖੋ ਜਿਹੜਾ ਬੰਦਾ ਸਾਰਾ ਸਾਲ ਖੇਤ 'ਚ ਮਰ ਕੇ ਕਮਾ ਸਕਦਾ ਹੈ ਹਨਾ, ਕੰਮ ਕਰਦਾ, ਉੱਥੇ ਜਾਣ ਦੀ ਫਿਰ ਸਾਨੂੰ ਕਾਹਦੀ ਸ਼ਰਮ ਰਹਿ ਗਈ। ਹੁਣ ਜੇ ਵਿੱਚ ਕਈ ਵਾਰੀ ਪ੍ਰੋਬਲਮ ਹੁੰਦੀ ਆ ਵੀ ਮੇਰਾ ਬ੍ਰਦਰ ਨਹੀਂ ਜਾ ਸਕਦਾ ਤਾਂ ਫਿਰ ਮੈਂ ਆਪ ਵੀ ਚਲੀ ਜਾਂਦੀ ਹਾਂ, ਮੈਨੂੰ ਕੋਈ ਪ੍ਰੋਬਲਮ ਨਹੀਂ ਜੀ ਹੈਗੀ ਇਸ ਚੀਜ਼ 'ਚ, ਠੀਕ ਆ ਕਿ ਨਹੀਂ। ਜਦੋਂ 6 ਮਹੀਨੇ ਫਸਲ ਮੈਂ ਖੁਦ ਆਪਣੇ ਹੱਥਾਂ ਦੇ ਵਿੱਚ ਪਾਲੀ ਆ ਤਾਂ ਉਹਨੂੰ ਵੇਚਣ 'ਚ ਮੈਨੂੰ ਕਾਹਤੇ ਕੋਈ ਪ੍ਰੋਬਲਮ ਹੋਏਗੀ ਜੀ। ਜਾਣੀ ਮੈਨੂੰ ਇੱਦਾਂ ਦੀ ਵੀ ਕੋਈ ਪ੍ਰੋਬਲਮ ਨਹੀਂ ਹੈ। ਪਰ ਜਾਣੀ ਇੱਕ ਆਪਣੇ ਆਪ 'ਤੇ ਮੈਂ ਥੋੜ੍ਹਾ ਜਿਹਾ ਗੁਰੇਜ਼ ਕਰਦੀ ਹੁੰਦੀ ਹਾਂ ਵੀ ਮੰਡੀ ਨਾ ਜਾਣਾ ਪਵੇ ਤਾਂ ਜ਼ਿਆਦਾ ਵਧੀਆ ਹੈ ਜੀ ਇਸ ਚੀਜ਼ 'ਚ। ਸ਼ੁਰੂਆਤ 'ਚ ਤੁਹਾਨੂੰ ਕਿਸੇ ਨੇ ਸੁਣਨਾ ਵੀ ਪਿਆ ਕਾਫੀ ਕੁਛ ਆਲੇ ਦੁਆਲੇ ਤੋਂ ਜਦੋਂ ਤੁਸੀਂ ਇਕੱਲੇ ਆਉਂਦੇ ਸ਼ੁਰੂਆਤੀ ਦਿਨਾਂ 'ਚ? ਹੁਣ ਤਾਂ ਸਭ ਨੂੰ ਪਤਾ ਵੀ ਤੁਸੀਂ ਕਾਫੀ ਚਿਰਾਂ ਤੋਂ ਕਰ ਰਹੇ ਹੋ। ਹਾਂਜੀ ਵੀਰ ਜੀ, ਉਦੋਂ ਲੋਕ ਮਜ਼ਾਕ ਉਡਾਉਂਦੇ ਹੁੰਦੇ ਸੀ ਮੇਰਾ, ਆਖੇ ਹਾਂ ਇਹ ਕੁੜੀ ਖੇਤੀ ਕਰ ਲੂਗੀ ਇਹ, ਪਰ ਮੈਂ ਜਾਣੀ ਕਦੇ ਉਹਨਾਂ ਲੋਕਾਂ ਨੂੰ ਸੀਰੀਅਸਲੀ ਲਿਆ ਹੀ ਨਹੀਂ ਹੈ। ਜਿਵੇਂ ਕਹਿੰਦੇ ਉਹਨੇ ਹਾਥੀ ਮਸਤ ਆਪਣੀ ਚਾਲ ਚੱਲੀ ਜਾ ਰਿਹਾ, ਉਹਦੇ ਪਿੱਛੇ ਜੋ ਮਰਜ਼ੀ ਹੋਈ ਜਾਵੇ, ਉਹਨੂੰ ਕੋਈ ਮਤਲਬ ਨਹੀਂ। ਆਪਾਂ ਵੀ ਇਹੀ ਰੁੱਖ ਅਪਣਾ ਲਿਆ ਵੀ ਜਿਹਨੇ ਬੋਲਣਾ। ਦੇਖੋ ਜਦੋਂ ਉਹ ਬੁਰਾ ਟਾਈਮ ਪਾਪਾ ਤੋਂ ਬਾਅਦ ਅਸੀਂ ਹੰਢਾਇਆ ਵੀ ਉਸ ਬੁਰੇ ਟਾਈਮ 'ਚ ਤਾਂ ਕੋਈ ਪੈਸੇ ਦੀ ਇੱਕ ਪੰਜੀ ਦੀ ਸਾਨੂੰ ਮਦਦ ਨਹੀਂ ਜੀ ਦੇਣਾ ਆ, ਠੀਕ ਆ ਕਿ ਨਹੀਂ। ਜਦੋਂ ਹੁਣ ਅਸੀਂ ਰੋਟੀ ਖਾਣ ਜੋਗੇ ਹੋ ਗਏ ਤੇ ਹੁਣ ਫਿਰ ਅਸੀਂ ਸਭ ਨੂੰ ਬੁਰੇ ਲੱਗਦੇ ਹਾਂ। ਆਪਾਂ ਤਾਂ ਜਾਣੀ ਇਹ ਚੀਜ਼ ਸੋਚਦੇ ਮਿਹਨਤ ਕਰੋ, ਰੱਜ ਕੇ ਕਰੋ, ਠੀਕ ਆ ਕਿ ਨਹੀਂ। ਸਾਨੂੰ ਇਹਦੇ ਵਿੱਚ ਕੋਈ ਮਿਹਣਾ ਨਹੀਂ ਜੀ ਹੈਗਾ, ਆਪਾਂ ਆਪਣੇ ਖੇਤ ਦੇ ਵਿੱਚ ਕੰਮ ਕਰਨਾ, ਠੀਕ ਨਹੀਂ। ਜਿਵੇਂ ਹੁਣ ਅਸੀਂ ਜੋਬਸ ਵੀ ਕਰਨ ਜਾਂਦੇ ਹਾਂ, ਅਸੀਂ ਬਾਹਰ ਜਾਂਦੇ ਹਾਂ ਜੀ, ਠੀਕ ਆ ਕਿ ਨਹੀਂ। ਆਪਾਂ ਸਾਰੀ ਦਿਹਾੜੀ ਥੱਕ ਹਾਰ ਕੇ ਆਉਂਦੇ ਹਾਂ, ਜੇ ਆਪਾਂ ਉਹੀ ਆਪਣੇ ਖੇਤ ਦੇ ਵਿੱਚ ਮਿਹਨਤ ਕਰਦੇ ਹਾਂ ਤਾਂ ਸਾਨੂੰ ਉਨੇ ਹੀ ਪੈਸੇ ਸਾਡਾ ਖੇਤ ਵੀ ਦੇ ਰਿਹਾ ਹੈ, ਫਿਰ ਆਪਾਂ ਕਿਉਂ ਨਹੀਂ ਖੇਤੀ ਕਰਦੇ। ਹੁਣ ਜਿਵੇਂ ਅੱਜ ਕੱਲ੍ਹ ਦੇ ਮੁੰਡੇ ਆ, ਹੁਣ ਦੇਖੋ ਸਭ ਲੋਕ ਤਕਰੀਬਨ ਜ਼ਿਆਦਾਤਰ ਠੇਕੇ ਤੇ ਦੇ ਕੇ ਵਿਹਲੇ ਆ ਜਾਣੀ, ਪਰ ਉਹ ਇਹ ਨਹੀਂ ਸੋਚਦੇ ਵੀ ਜੇ ਅਸੀਂ ਮਿਹਨਤ ਕਰਾਂਗੇ ਹਨਾ, ਪਾਪਾ ਨੂੰ ਵੀ ਸਾਡਿਆਂ ਨੂੰ ਸਭ ਨੂੰ ਫੈਮਿਲੀ ਨੂੰ ਵੀ ਤਾਂ ਸਪੋਰਟ ਹੋਏਗੀ ਵਧੀਆ।
ਵੀ ਜਾਣੀ ਮੈਂ ਤਾਂ ਇਹੀ ਚਾਹੂੰਗੀ ਵੀ ਹਰ ਇੱਕ ਨੂੰ ਆਪਣੇ ਖੇਤ ਵਿੱਚ ਆਪਣਾ ਕੰਮ ਆਪ ਹੀ ਕਰਨਾ ਚਾਹੀਦਾ ਹੈ। ਖੇਤੀ ਕਰਕੇ ਕੀ ਨਵੇਂ ਤਜਰਬੇ ਤੁਸੀਂ ਦੇਖੇ ਜਾਂ ਤੁਹਾਨੂੰ ਹੋਏ ਖੇਤੀ ਕਰਨ? ਜਿਵੇਂ ਹੁਣ ਪਹਿਲਾਂ ਮੈਨੂੰ ਵੀਰ ਜੀ ਇਸ ਚੀਜ਼ ਬਾਰੇ ਕੋਈ ਨੌਲੇਜ ਨਹੀਂ ਸੀ ਹੁੰਦੀ ਹੈ ਨਾ ਕੋਈ ਫਿਰ ਉਸ ਟਾਈਮ ਆਪਾਂ ਨੂੰ ਦੱਸਦਾ ਹੈ, ਕੋਈ ਹੈਲਪ ਨਹੀਂ ਸੀ ਕਰਦਾ ਹੁੰਦਾ। ਜਿਵੇਂ ਕਿਸੇ ਮੱਕੀ ਬੀਜਣੀ ਉਹ 'ਚ ਕਿੰਨਾ ਯੂਰੀਆ ਡਾਇਆ ਪਾਉਣਾ ਜਾਣੀ ਇਸ ਚੀਜ਼ ਦੀ ਮੈਨੂੰ ਕਾਫੀ ਪ੍ਰੋਬਲਮ ਆਈ। ਫਿਰ ਮੈਂ ਜਾਣੀ ਹੌਲੀ ਹੌਲੀ ਯੂਨੀਵਰਸਿਟੀ ਦੀਆਂ ਬੁੱਕਸ ਵਗੈਰਾ ਲਿਆਉਣੀਆਂ ਸ਼ੁਰੂ ਕੀਤੀਆਂ, ਮੈਂ ਉਹ ਪੜ੍ਹਨੀਆਂ ਸ਼ੁਰੂ ਕੀਤੀਆਂ। ਫਿਰ ਉਹਦੇ ਨਾਲ ਮੈਂ ਯੂਨੀਵਰਸਿਟੀ ਦੇ ਮੇਲੇ ਅਟੈਂਡ ਕਰਨੇ ਸ਼ੁਰੂ ਕਰ ਲਏ ਜਾਣੀ, ਅਤੇ ਜਿਹਦੇ ਨਾਲ ਫਿਰ ਮੇਰੀ ਨੌਲੇਜ ਦੇ ਵਿੱਚ ਵੀ ਇਨਕਰੀਜ਼ ਹੋਈ ਅਤੇ ਮੇਰੀ ਜਿਹੜੀ ਫਸਲ ਸੀ ਉਹਨੂੰ ਫਿਰ ਮੈਂ ਆਪਣੇ ਲੈਵਲ 'ਤੇ ਜਾਣੀ ਸੈੱਟ ਕਰਨਾ ਸ਼ੁਰੂ ਕਰ ਲਿਆ ਜਾਣੀ ਵੀ ਉਹਨੂੰ ਕਿੰਨੀ ਡੋਜ਼ ਦੇਣੀ ਕਰਨੀ ਆ ਕੀ ਕਰਨਾ ਹੈ ਜਾਣੀ ਫਿਰ ਮੇਰੀ ਹੌਲੀ ਹੌਲੀ ਸਾਰੀ ਸੈਟਿੰਗ ਵਧੀਆ ਹੋ ਗਈ ਜੀ ਜਾਣੀ। ਤੁਹਾਡੀ ਪੜ੍ਹਾਈ ਲਿਖਾਈ ਹੈ ਜਿਹੜੀ ਤੁਸੀਂ ਪੜ੍ਹੇ ਹੋ ਇਹਨਾਂ, ਉਹ ਤੁਸੀਂ ਖੇਤੀ 'ਚ ਵੀ ਯੂਜ਼ ਕੀਤੀ, ਕਿਤਾਬਾਂ ਪੜ੍ਹ ਕੇ ਆਪ ਹੀ ਖੇਤੀ ਸਿੱਖੀ। ਜਿਵੇਂ ਤੁਸੀਂ ਇੰਨਾ ਪੜ੍ਹੇ ਹੋ, ਕਦੇ ਜੋਬ ਕਰਨ ਦਾ ਕੰਮ ਜੀ ਨਹੀਂ ਕੀਤਾ ਕਦੇ, ਜਾਂ ਮੈਂ ਕੁਝ ਹੋਰ ਕਰ ਲਾਂ? ਤੁਹਾਡਾ ਆਪ ਦਾ ਪਹਿਲਾ, ਜੇ ਮੈਂ ਕਹਾਂ ਵੀ ਪਹਿਲਾ ਡਿਜ਼ਾਇਰ ਕੀ ਸੀਗਾ, ਵੀ ਕੀ ਕਰਨਾ ਚਾਹੁੰਦੇ ਸੀ ਆਪ? ਵੈਸੇ ਮੇਰਾ ਏਮ ਲਾਈਫ ਦੇ ਵਿੱਚ ਡਾਕਟਰ ਬਣਨ ਦਾ ਸੀਗਾ। ਮੈਂ ਤਾਂ ਕਦੇ ਸੋਚਿਆ ਹੀ ਨਹੀਂ ਸੀ ਵੀ ਖੇਤਾਂ ਦੇ ਵਿੱਚ ਵੀ ਆ ਕੇ ਕੰਮ ਕਰਨਾ ਹੈ। ਪਰ ਜਾਣੀ ਜਦੋਂ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਮੈਂ ਮੇਰੇ ਮਾਸੀ ਜੀ ਕੋਲ ਪੜ੍ਹ ਕੇ ਆਈ ਤਾਂ ਉਹ ਤੋਂ ਬਾਅਦ ਜਾਣੀ ਮੇਰੀ ਲਾਈਫ ਮੇਰੇ ਮਦਰ ਨੇ ਮੈਨੂੰ ਹੋਸਟਲ 'ਚ ਉੱਥੇ ਲਾ ਦਿੱਤਾ ਲੁਧਿਆਣੇ। ਉਦੋਂ ਜਾਣੀ ਕਿਤੇ ਨਾ ਕਿਤੇ ਮੈਂ ਮਨ ਵਿੱਚ ਇਹ ਸੋਚਦੀ ਹੁੰਦੀ ਸੀ ਵੀ ਦੇਖੋ ਪਾਪਾ ਵੀ ਚਲੇ ਗਏ ਹੈ ਨਾ, ਵੀ ਮਦਰ ਵੀ ਮੇਰੇ ਮੈਨੂੰ ਮਾਸੀ ਜੀ ਕੋਲ ਛੱਡ ਆਏ, ਦੀਦੀ ਤਾਂ ਮੇਰੇ ਚਲੋ 2 ਸਾਲ ਲਗਾ ਕੇ ਆ ਗਏ। ਮੈਨੂੰ ਲੱਗਦਾ ਹੁੰਦਾ ਸੀ ਵੀ ਉਹ ਮੈਨੂੰ ਪਿਆਰ ਨਹੀਂ ਕਰਦੇ ਹੈਗੇ ਕਿਉਂਕਿ ਮੈਂ ਦੂਏ ਨੰਬਰ 'ਤੇ ਵੀ ਕੁੜੀ ਸੀਗੀ ਹੈ ਨਾ। ਉਸ ਟਾਈਮ ਕੁੜੀਆਂ ਨੂੰ ਤੁਹਾਨੂੰ ਪਤਾ ਹੀ ਹੈ ਵੀ ਕਿੰਨਾ ਕੁ ਲਾਈਕ ਕਰਦੇ ਸੀ। ਖਾਸ ਕਰ ਮੇਰੇ ਦਾਦਕੇ ਤਾਂ ਜਾਣੀ ਇਸ ਚੀਜ਼ 'ਤੇ ਬਹੁਤ ਉਹ ਕਰਦੇ ਸੀ ਵੀ ਇਹਨਾਂ ਨੇ ਤਾਂ ਕੁੜੀਆਂ ਹੀ ਹੋਣੀਆਂ ਵੀ ਮੇਰੀ ਮਦਰ ਦੇ, ਇਹ ਕੀ ਕਰ ਲੈਣਗੇ। ਜਾਣੀ ਕਾਫੀ ਟੌਂਟ ਸੁਣੇ ਮੇਰੇ ਮਦਰ ਨੇ ਵੀ ਜਾਣੀ, ਅਤੇ ਉਦੋਂ ਜਾਣੀ ਮੇਰੇ ਮਨ ਵਿੱਚ ਇਹ ਆਉਣ ਨਾਲ ਵੀ ਮੇਰੇ ਮਦਰ ਮੈਨੂੰ ਪਿਆਰ ਨਹੀਂ ਕਰਦੇ ਜਾਣੀ ਫਿਰ ਮੈਂ ਬਿਲਕੁਲ ਹੀ ਛੱਡਤਾ ਜੀ ਜਾਣੀ ਮੈਂ ਸਾਇੰਸ ਵਗੈਰਾ ਛੱਡ ਕੇ ਜਾਣੀ ਮੈਂ ਆਰਟਸ ਹੀ ਲੈ ਲਈ ਵੀ ਮੈਂ ਨਹੀਂ ਆਉਣ ਕਰਨਾ, ਵੀ ਮੈਂ ਤਾਂ ਘਰੇ ਰਹਿਣਾ ਇਹਨਾਂ ਦੇ ਕੋਲ ਹੀ। ਪਰ ਜਾਣੀ ਫਿਰ ਉਹ ਤੋਂ ਬਾਅਦ ਫਸਟ ਈਅਰ ਸੀ ਮੈਨੂੰ ਲੱਗਦੀ ਆ, ਅਤੇ ਮੈਂ ਕਾਫੀ ਬਿਮਾਰ ਹੋ ਗਈ ਜਾਣੀ। ਫਿਰ ਮੈਂ ਉਦੋਂ ਜਾਣੀ ਇਹ ਚੀਜ਼ ਰਿਅਲਾਈਜ਼ ਕੀਤੀ ਵੀ ਨਹੀਂ ਮੇਰੇ ਮਦਰ ਵੀ ਮੈਨੂੰ ਪਿਆਰ ਕਰਦੇ ਆ, ਅਤੇ ਵੀ ਮੈਨੂੰ ਹੀ ਮਤਲਬ ਕਹਿੰਦੇ ਆ ਆਪਾਂ ਦੇਰ ਨਾਲ ਸਮਝਦਾ ਬੱਚਾ ਹੈ ਨਾ, ਉਸ ਚੀਜ਼ ਨੂੰ ਮੈਂ ਜਾਣੀ ਟਾਈਮ ਦਿੱਤਾ ਜਾਣੀ ਦੇਰ ਨਾਲ ਮੈਨੂੰ ਸਮਝ ਆਈ ਇਹ ਚੀਜ਼ ਜਾਣੀ। ਹੁਣ ਤੁਹਾਡਾ ਕਿੰਨਾ ਚਿਰ ਲੱਗਦਾ ਖੇਤਾਂ 'ਚ, ਕਿੰਨਾ ਚਿਰ ਵਾਹੀ ਕਰਦੇ ਹੋ? ਜਿਵੇਂ ਹੁਣ ਵੀਰ ਜੀ ਮੇਰੇ ਕੋਲ 25 ਕਿੱਲੇ ਹੋ ਜਾਂਦੇ ਆ, ਫਿਰ ਜਾਣੀ ਮੈਂ ਉਹਨੂੰ ਸ਼ਿਫਟਾਂ ਦੇ ਵਿੱਚ ਵੰਡ ਲੈਣਾ। ਜਿਵੇਂ ਧੁੱਪੇ ਨਹੀਂ ਕੰਮ ਕਰਨਾ, ਸੁਬਾਹ ਸਾਜਰੇ ਜਿਵੇਂ 4 ਵਜੇ ਆ ਕੇ 6-7 ਵਜੇ ਤੱਕ ਆਪਣੇ ਖੇਤ ਬਾਹ ਲਓ, ਕਿਉਂਕਿ ਟਰੈਕਟਰ ਵੀ ਧੁੱਪ 'ਚ ਚੱਲੇਗਾ ਹੈ ਨਾ, ਗਰਮ ਹੋਏਗਾ, ਉਹ ਵੀ ਮਸ਼ੀਨਰੀ ਆ, ਉਹਨੂੰ ਵੀ ਆਪਾਂ ਉਨਾ ਹੀ ਪਿਆਰ ਕਰੋ ਹੈ ਨਾ, ਉਹਨੇ ਵੀ ਸਾਡਾ ਸਾਥ ਦੇਣਾ ਹੈ। ਉਹ ਤੋਂ ਬਾਅਦ ਫਿਰ ਮੈਂ ਜਾਣੀ ਆਪਣੇ ਦੁਪਹਿਰ ਦਾ ਕੰਮ ਜਿਵੇਂ ਹੋਰ ਵੱਟਾਂ ਬੂਟਾ ਉਹ ਨਿਬੇੜ ਲੈਣਾ, ਅਤੇ ਸ਼ਾਮ ਨੂੰ 3 ਕੁ ਵਜੇ ਤੋਂ ਫਿਰ ਬਾਹੀ ਬੂਹੀ ਦਾ ਜਿਹੜਾ ਕੰਮ ਕਰਨਾ ਆਪਾਂ ਉਹ ਕਰ ਲੈਣਾ ਜਾਣੀ ਜੀ। ਉਹ ਤੋਂ ਬਾਅਦ ਫਿਰ ਤੁਹਾਨੂੰ ਪਤਾ ਹੀ ਆ ਮੇਰੇ ਮਦਰ ਆ ਪਿੱਛੇ, ਫਿਰ ਘਰ ਦਾ ਕੰਮ ਵੀ ਚੁੱਲ੍ਹਾ ਚੌਂਕਾ ਸਾਰਾ ਜਿਵੇਂ ਕਰਨਾ ਉਹ ਮੈਂ ਆਪ ਹੀ ਕਰਨਾ ਜਾਣੀ ਜੀ। ਘਰ ਦੇ ਕੰਮ ਵੀ ਆਪ ਹੀ ਕਰਦੇ ਹੋ? ਹਾਂਜੀ, ਕਿਉਂਕਿ ਮੇਰੇ ਮਦਰ ਦੀ ਹੈਡ ਇੰਜਰੀ ਹੋਣ ਕਰਕੇ ਉਹਨਾਂ ਤੋਂ ਚੁੱਲ੍ਹੇ ਚੌਂਕੇ ਦਾ ਜੇ ਕਹੀਏ ਆਪਾਂ ਕੁਛ ਵੀ ਨਹੀਂ ਹੁੰਦਾ ਹੈਗਾ। ਉਹਨਾਂ ਦਾ ਮਾਇੰਡ ਤਾਂ ਇਹੋ ਜਿਹਾ ਹੈ ਵੀ ਜੇ ਗੈਸ ਮੱਚਦਾ ਰਹਿ ਗਿਆ ਤਾਂ ਉਹਨਾਂ ਨੇ ਚੱਲਦਾ ਹੀ ਛੱਡ ਦੇਣਾ ਹੈ। ਉਹਨਾਂ ਨੂੰ ਯਾਦ ਚੇਤਾ ਹੀ ਨਹੀਂ ਰਹਿਣਾ ਵੀ ਮੈਂ ਉਹਨੂੰ ਚਲਾਇਆ ਹੋਇਆ, ਵੀ ਮੈਂ ਉਹਨੂੰ ਬੰਦ ਕਰ ਲਵਾਂ। ਜੇ ਉਹਨਾਂ ਨੇ ਗੱਲਾਂ ਕਰਨੀਆਂ ਮਤਲਬ ਉਹ ਸੱਟ ਲੱਗਣ ਨਾਲ ਕਈ ਵਾਰੀ ਪਿਛਲੀਆਂ ਗੱਲਾਂ ਜੋ ਲਾਈਫ ਦੀਆਂ ਫਿਰ ਉਹਨਾਂ ਨੇ ਉਹੀ ਕਰੀ ਜਾਣੀਆਂ ਨੇ। ਜਿਵੇਂ ਹੁਣ ਲਾਈਟ ਹੈ ਨਹੀਂ ਗੀ, ਹੁਣ ਕਿੰਨੇ ਵਜੇ ਲਾਈਟ ਆਉਣੀ ਹੈ, ਤੇ ਫਿਰ ਤੁਸੀਂ ਉਹਨਾਂ ਚਿਰ ਜਾਗਦੇ ਰਹੋਗੇ ਸਾਰਾ? ਨਹੀਂ ਜੀ, ਹੁਣ ਜਿਵੇਂ ਦੇਖੋ ਰਾਤ ਦੀ ਸ਼ਿਫਟ ਹੋ ਜਾਂਦੀ ਹੈ, ਫਿਰ ਹੁਣ ਅੱਜ ਸਾਡੀ ਲਾਈਟ ਜਿਵੇਂ 7 ਵਜੇ ਚੱਲੇਗੀ ਸ਼ਾਮ ਨੂੰ। ਹੁਣ ਆਹ ਥੋੜ੍ਹਾ ਦੇਰ ਟਾਈਮ ਸੀਗਾ, ਫਿਰ ਉਹਦੇ ਵਿੱਚ ਮੈਂ ਪਹਿਲਾਂ ਆਪਣੇ ਘਰ ਦੇ ਕੰਮ ਕੀਤੇ। ਜਿਵੇਂ ਮਦਰ ਬਿਮਾਰ ਰਹਿੰਦੇ ਆ, ਸਵੇਰੇ ਜਿਵੇਂ ਪਹਿਲਾਂ ਦੂਜੇ ਖੇਤ ਨੇ ਸਾਡੇ ਹੋਰ ਵੀ, ਉੱਥੇ ਫਿਰ ਜਨਰੇਟਰ ਲਗਾਉਣਾ ਹੁੰਦਾ ਹੈ, ਉੱਥੇ ਜਨਰੇਟਰ ਲਗਾ ਕੇ ਆਂਦਾ। ਫਿਰ ਮੈਨੂੰ ਡੀਜ਼ਲ ਲਿਆਉਣ ਦੀ ਲੋੜ ਸੀਗੀ, ਫਿਰ ਜਾ ਕੇ ਵਿੱਚ ਮੈਂ ਡੀਜ਼ਲ ਦੀਆਂ ਕੈਨਾਂ ਵੀ ਭਰ ਕੇ ਲੈ ਕੇ ਆਉਂਦੀ ਹਾਂ। ਉਹ ਤੋਂ ਬਾਅਦ ਫਿਰ ਆਪਣਾ ਘਰ ਦਾ ਕੰਮ ਵੀ ਕਰਨਾ ਜੀ। ਘਰ ਤੋਂ ਬਾਅਦ ਫਿਰ ਆ ਕੇ ਉਰੇ ਦੇਖਣਾ ਵੀ ਜੇ ਕਿਸੇ ਚੀਜ਼ ਦੀ ਲੋੜ ਆ ਘੱਟ ਵੱਧ ਆ ਤਾਂ ਉਹਨੂੰ ਪੂਰੀ ਕਰੋ। ਉਹ ਤੋਂ ਬਾਅਦ ਫਿਰ ਜਿੰਨਾ ਕੁ ਟਾਈਮ ਮਿਲ ਗਿਆ ਥੱਕ ਗਏ, ਫਿਰ ਮੈਨੂੰ ਹੁੰਦਾ ਵੀ ਸੌਂ ਲਓ ਆਪਣਾ 2-3 ਘੰਟੇ, ਆਪਾਂ ਫਰੈਸ਼ ਆ ਉਹਦੇ ਵਿੱਚ। ਉਹ ਤੋਂ ਬਾਅਦ ਆਪਾਂ ਰੂਟੀਨ ਲਈ ਫਿਰ ਤਿਆਰ ਹਾਂ। ਤੇ ਤੁਹਾਡੀ ਆਪਦੀ ਨਿੱਜੀ ਪਰਸਨਲ ਜ਼ਿੰਦਗੀ ਕੀ ਹੈ ਕਿ ਖੇਤਾਂ ਤੱਕ ਸੀਮਿਤ ਰਹਿ ਗਈ ਬਸ? ਨਹੀਂ ਵੀਰ ਜੀ, ਮੈਂ ਖੁਸ਼ ਹਾਂ ਜਿਹੜੀ ਮੇਰੇ ਹੁਣ ਸਮਝ ਲਓ ਭਰਾ ਹੋ ਗਿਆ ਮੇਰਾ, ਮੇਰੇ ਸਿਸਟਰ ਹੋ ਗਏ, ਸਾਰੇ ਹੁਣ ਸੈੱਟ ਨੇ ਆਪਣੀ ਲਾਈਫ ਦੇ ਵਿੱਚ ਵਧੀਆ ਜਾਣੀ ਜੀ। ਅਤੇ ਮੈਂ ਉਹਨਾਂ ਦੇ ਨਾਲ ਹੀ ਉਹਨਾਂ ਦੀ ਲਾਈਫ 'ਚ ਆਪਣੇ ਮਦਰ ਦੇ ਨਾਲ ਬਿਲਕੁਲ ਖੁਸ਼ ਹਾਂ ਜਾਣੀ, ਠੀਕ ਠਾਕ। ਤੁਹਾਡਾ ਆਪਦਾ ਏਮ, ਕੋਈ ਆਪਦਾ ਘਰ-ਬਾਰ ਵਸਾਉਣ ਬਾਰੇ ਸੋਚਿਆ ਹੋਵੇ ਕਦੇ, ਇਹੋ ਜਿਹਾ ਕੋਈ ਖਿਆਲ ਆਵੇ? ਮੈਂ ਇੱਕ ਚੀਜ਼ ਦੇਖੀ ਜਦੋਂ ਵੀ ਇਹ ਚੀਜ਼ ਸੋਚੀ, ਜਿੱਥੇ ਵੀ ਅਸੀਂ ਰਿਸ਼ਤੇ ਦੀ ਗੱਲ ਕੀਤੀ ਨਾ ਅਗਲਾ ਕਹਿੰਦਾ ਕੁੜੀਓ ਖੇਤੀ ਕਰੂਗੀ ਆ ਕੇ ਸਾਡੇ ਵੀ। ਕੀ ਗੱਲ ਉਹਨਾਂ ਦੇ ਮੁੰਡਿਆਂ ਦੀ ਮੇਰੇ ਲਈ ਕੋਈ ਜ਼ਿੰਮੇਵਾਰੀ ਨਹੀਂ ਹੈ?
ਜਾਣੀ ਇਹ ਚੀਜ਼ ਸੋਚਣ ਤੋਂ ਬਾਅਦ ਮੈਂ ਤਾਂ ਮੈਰਿਜ ਮੁਰਿਜ ਬਾਰੇ ਬਿਲਕੁਲ ਹੀ ਵਿਚਾਰ ਛੱਡ ਹੀ ਦਿੱਤਾ। ਜਾਣੀ ਮੈਂ ਜਾਣੀ ਬਸ ਇਹੀ ਲਾਈਫ ਆ, ਇਹਦੇ ਵਿੱਚ ਹੀ ਬਹੁਤ ਖੁਸ਼ ਆ ਜਾਣੀ। ਕਦੋਂ ਮਤਲਬ ਕਿ ਜੇ ਮੈਂ ਪੁੱਛਣਾ ਹੋਵੇ ਕਦੋਂ ਮੈਰਿਜ ਦਾ ਵਿਚਾਰ ਤੁਸੀਂ ਛੱਡ ਦਿੱਤਾ ਸੀ? ਤਕਰੀਬਨ ਮੈਨੂੰ ਵੀਰ ਜੀ 8-9 ਸਾਲ ਹੋ ਗਏ ਆ ਜਾਣੀ। ਉਸ ਤੋਂ ਬਾਅਦ ਜਾਣੀ ਮੈਂ ਨਹੀਂ ਕਦੇ ਸੋਚਿਆ, ਨਾ ਮੈਨੂੰ ਠੀਕ ਲੱਗਦਾ। ਜਾਣੀ ਮੈਂ ਤੁਹਾਨੂੰ ਦੱਸਿਆ ਨਾ, ਮੈਂ ਜਾਣੀ ਇਹੀ ਚੀਜ਼ ਚਾਹੀ ਸੀ ਵੀ ਜੋ ਕਮੀ ਮੇਰੇ ਪਾਪਾ ਦੀ ਬਦੌਲਤ ਹੈ ਨਾ, ਅਸੀਂ ਗਰੀਬੀ ਕੱਟੀ, ਜੋ ਵੀ ਕੱਟਿਆ, ਤੇ ਵੀ ਭਰਾ ਦਾ ਸਾਥ ਦੇ ਕੇ ਅਸੀਂ ਬਰਾਬਰ ਹੋ ਜਾਈਏ ਹੁਣ, ਵੀ ਦੂਜੇ ਆਪਣੇ ਚਾਚੇ ਤਾਇਆਂ ਦੇ। ਬਸ ਜੀ ਇਹ ਮੈਂ ਜਾਣੀ ਏਮ ਰੱਖਿਆ ਜਾਣੀ ਜੀ। ਉਹ ਏਮ ਪੂਰਾ ਹੋ ਗਿਆ ਹੁਣ? ਪੂਰਾ ਹੋ ਗਿਆ ਜੀ। ਹੁਣ ਮੇਰਾ ਹੁਣ ਆਪਾਂ ਉਹਨਾਂ ਦੇ ਨਾਲ ਬਰਾਬਰ ਆ ਜੀ ਜਾਣੀ ਹਰ ਕਾਸੇ ਦੇ ਵਿੱਚ। ਹੁਣ ਸਾਰਾ ਸੰਦਾ ਵਗੈਰਾ ਸਾਡੇ ਕੋਲ ਹੈਗਾ, ਨਹੀਂ ਅਸੀਂ ਬਿਲਕੁਲ ਜ਼ੀਰੋ ਸੀਗੇ ਤੁਹਾਡੇ ਸਾਹਮਣੇ। ਤੇ ਹੁਣ ਅਸੀਂ ਘਰ-ਬਾਰ ਵੀ ਆਪਣਾ ਫਿਰ ਵਧੀਆ ਬਣਾਇਆ ਕਰਿਆ ਜੀ, ਸੰਦੇ ਲਈ ਵੀ ਅਲੱਗ ਪਾਇਆ। ਜਾਣੀ ਹੁਣ ਬਿਲਕੁਲ ਸੈੱਟ ਆ ਜੀ ਜਾਣੀ ਅਸੀਂ ਕਹੀਏ ਜੀ। ਹੁਣ ਅੱਗੇ ਕੀ ਏਮ ਹੈ, ਅੱਗੇ ਕੀ ਕਰਨਾ ਹੁਣ? ਜ਼ਿਆਦਾਤਰ ਤਾਂ ਮੇਰੀ ਇੱਛਾ ਹੈ ਵੀ ਇੱਥੇ ਹੀ ਰਹਿਣਾ ਹੈ, ਖੇਤਾਂ ਦੇ ਵਿੱਚ ਹੀ ਆਪਣੀ ਲਾਈਫ ਸਪੈਂਡ ਕਰਨੀ ਹੈ। ਪਰ ਜਦੋਂ ਹੁਣ ਮੌਕਾ ਮਿਲ ਗਿਆ ਤਾਂ ਇੱਕ ਵਾਰੀ ਕੈਨੇਡਾ ਜ਼ਰੂਰ ਜਾ ਕੇ ਆਉਣਾ ਹੈ। ਗੱਲ ਕੈਨੇਡਾ ਦੀ ਕੀਤੀ, ਤੁਸੀਂ ਦੱਸਿਆ ਵੀ ਤੁਸੀਂ 9 ਮਹੀਨੇ ਆਸਟ੍ਰੇਲੀਆ ਜਾ ਕੇ ਆਏ ਹੋ। ਉਦੋਂ ਕਿਵੇਂ ਗਏ ਸੀਗੇ? ਸਟੂਡੈਂਟ ਵੀਜ਼ਾ ਤੇ ਗਏ ਸੀਗੇ, ਕਿਵੇਂ ਗਏ ਸੀ? ਨਹੀਂ, ਉਦੋਂ ਮੇਰੇ ਕੋਲ ਵੀ ਵਰਕ ਪਰਮਿਟ ਸੀਗਾ ਡੈਡੀ ਜੀ, ਉਹਦੇ ਤੇ ਗਈ ਸੀ। ਪਰ ਮੈਂ ਉੱਥੇ ਵੀ ਜਾ ਕੇ ਇੱਕ ਚੀਜ਼ ਦੇਖੀ, ਉੱਥੇ ਜਾ ਕੇ ਅਸੀਂ ਇੰਨੀ ਮਿਹਨਤ ਕਰਦੇ ਹਾਂ, ਇਹ ਲੋਕ ਆ ਕੇ ਉਰੇ ਨਹੀਂ ਸਾਨੂੰ ਸੱਚਾਈ ਦੱਸਦੇ ਜੀ ਵੀ ਉੱਥੇ ਅਸੀਂ ਕਿਵੇਂ ਮਿਹਨਤ ਕਰਦੇ ਹਾਂ। ਜਾਣੀ ਜੇ ਉਨੀ ਮਿਹਨਤ ਇਹ ਲੋਕ ਇੱਥੇ ਵੀ ਕਰਨ, ਮੈਂ ਕਹਿੰਦੀ ਹਾਂ ਜੀ ਇੱਥੇ ਹੀ ਕੈਨੇਡਾ ਆਸਟ੍ਰੇਲੀਆ ਆ, ਆਪਾਂ ਨੂੰ ਬਾਹਰ ਜਾਣ ਦੀ ਲੋੜ ਹੀ ਨਹੀਂ ਹੈ। ਜਦੋਂ ਮੈਂ ਉੱਥੇ ਗਈ ਸੀ ਨਾ, ਉੱਥੇ ਕਲਿੱਪ ਹੁੰਦੇ ਸੀ ਆਏ ਨਾ, ਕੁੰਡੀ ਜੀ ਬਣੀ ਹੁੰਦੀ ਸੀ ਉਹਦੀ, ਉਹ ਆਏ ਤਾਰ ਦੇ ਵਿੱਚ ਫਿੱਟ ਕਰਨੇ ਹੁੰਦੇ ਸੀ। ਉਂਗਲੀਆਂ ਦੁਖਣ ਲੱਗ ਜਾਂਦੀਆਂ ਹੁੰਦੀਆਂ ਸੀ। ਮੈਂ ਤੁਹਾਨੂੰ ਸੱਚ ਦੱਸਾਂ, ਨਾਲੇ ਮੈਂ ਰੋਈ ਜਾਣਾ, ਨਾਲੇ ਮੈਂ ਆਪਣੇ ਪਿੱਛੇ ਇੱਕ ਮੰਮਾ ਹੋਣਾ ਨੂੰ ਯਾਦ ਕਰੀ ਜਾਣਾ। ਮੈਂ ਕਹਿਣਾ ਕਿੱਥੇ ਆ ਕੇ ਫਸ ਗਈ ਉਰੇ, ਵੀ ਉਦੋਂ ਤਾਂ ਆਪਾਂ ਇੰਡੀਆ 'ਚ ਜ਼ਿਆਦਾ ਵਧੀਆ ਸੀ ਜੀ। ਜਿਹੜੀ ਫਿਰ ਉਹ ਤੋਂ ਆਉਣ ਤੋਂ ਬਾਅਦ ਜਾਣੀ ਜੇ ਕਦੇ ਮੈਂ ਉਰੇ ਵੀ ਜਿਵੇਂ ਆਪਾਂ ਕਹਿੰਦੇ ਹਾਂ ਨਾ, ਆਪਣਾ ਮਨ ਇਹੋ ਜਿਹਾ, ਆਪਾਂ ਕਹਿੰਦੇ ਚੱਲ 10 ਮਿੰਟ ਹੋਰ ਸੌਂ ਲਾ, ਜਾਣੀ ਮੈਂ ਫਿਰ ਮੈਨੂੰ ਜਦ ਉਹ ਸੀਨ ਯਾਦ ਆ ਜਾਂਦਾ ਵੀ ਨਹੀਂ ਮਨਾ, ਉੱਥੇ ਜਦ ਅਸੀਂ ਇੰਨਾ ਕਰ ਸਕਦੇ ਉਰੇ ਕਿਉਂ ਨਹੀਂ ਕਰਦੇ। ਜਦੋਂ ਆਪਾਂ ਝੱਟ ਦੇ ਕੇ ਉੱਠ ਕੇ ਆਪਣੇ ਕੰਮ ਲਈ ਰੈਡੀ ਹਾਂ ਜੀ ਆਪਾਂ ਜਾਣੀ। ਆਸਟ੍ਰੇਲੀਆ ਕਿੱਥੇ ਰਹੇ? ਆਸਟ੍ਰੇਲੀਆ ਮੈਂ ਬ੍ਰਿਸਬੇਨ 'ਚ ਵੀ ਰਹੀ 6 ਮਹੀਨੇ, ਤੇ ਉਹ ਤੋਂ ਬਾਅਦ 3 ਮਹੀਨੇ ਮੈਂ ਮੈਲਬੌਰਨ ਲਗਾਏ ਜਾਣੀ ਜੀ। ਤੇ ਉਹ ਤੋਂ ਬਾਅਦ ਫਿਰ ਮੈਂ ਵਾਪਸ ਆ ਗਈ। ਜਿਹੜੀ ਔਰਤਾਂ ਨੇ ਜਾਂ ਕੁੜੀਆਂ ਨੇ ਝਿਜਕਦੀਆਂ ਨੇ ਮਰਦਾਂ ਵਾਲੇ ਕੰਮ ਕਰਨ ਤੋਂ, ਪੰਜਾਬ 'ਚ ਹਜੇ ਵੀ ਦੇਖਿਆ ਜਾਂਦਾ ਬੜੇ ਵੱਡੇ ਪੱਧਰ ਤੇ, ਉਹ ਔਰਤਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ, ਕੀ ਮੈਸੇਜ ਦੇਣਾ ਚਾਹੁੰਦੇ ਹੋ? ਦੇਖੋ ਪਹਿਲਾਂ ਮੈਨੂੰ ਵੀ ਔਖਾ ਲੱਗਦਾ ਹੁੰਦਾ ਸੀ, ਪਰ ਜਦੋਂ ਬੰਦਾ ਸਿੱਖ ਜਾਂਦਾ ਹੈ ਤਾਂ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ। ਹੁਣ ਆਪਾਂ ਸਕੂਲ ਜਾਂਦੇ ਆ ਜੀ, ਆਪਾਂ ਨੂੰ ਕਿਹੜਾ ਕੋਈ ABC ਵਗੈਰਾ ਆਉਂਦੀ ਹੁੰਦੀ ਆ, ਟੀਚਰ ਸਾਨੂੰ ਸੇਧ ਦਿੰਦਾ, ਅਸੀਂ ਸਿੱਖਦੇ ਹਾਂ, ਠੀਕ ਆ ਕਿ ਨਹੀਂ ਜੀ। ਆਪਾਂ ਹੌਲੀ ਹੌਲੀ ਗਾਹਾਂ ਵੱਧਦੇ ਜਾਂਦੇ ਹਾਂ। ਉੱਦਾਂ ਹੀ ਫਿਰ ਖੇਤੀ ਦੇ ਸਾਰੇ ਕੰਮ ਧੰਦੇ ਮੈਂ ਹੌਲੀ ਹੌਲੀ ਆਪਣੇ ਆਪ ਸਿੱਖੇ, ਦੇਖੇ, ਕਰੇ। ਜਿਹੜੀ ਜਿਵੇਂ ਕਹਿ ਦਿੰਦੇ ਆ ਨਾ ਵੀ ਮਰਦ ਹੀ ਕਰ ਸਕਦੇ ਆ, ਲੇਡੀਜ਼ ਨਹੀਂ ਕਰ ਸਕਦੀਆਂ, ਇਹਦੇ ਵਿੱਚ ਕੋਈ ਬੜੀ ਗੱਲ ਨਹੀਂ ਗੀ ਹੈਗੀ। ਬਲਕਿ ਲੇਡੀਜ਼ ਵੀ ਖੇਤੀ ਨੂੰ ਐਨ ਵਧੀਆ ਤਰੀਕੇ ਨਾਲ ਬੰਦੇ ਦੇ ਨਾਲ ਮੋਢਾ ਜੋੜ ਕੇ ਕਰ ਸਕਦੀਆਂ ਨੇ। ਸਮਾਂ ਕਿ ਦੋਨਾਂ ਨੂੰ ਫਾਇਦਾ ਵੀ ਹੈ ਇਸ ਚੀਜ਼ ਦੇ ਵਿੱਚ, ਠੀਕ ਆ ਕਿ ਨਹੀਂ। ਕਿਉਂਕਿ ਲੇਡੀਜ਼ ਨੂੰ ਵੀ ਚੁੱਲ੍ਹੇ ਚੌਂਕੇ ਤੋਂ ਥੋੜ੍ਹੀ ਜਿਹੀ ਬਾਹਰ ਆਉਣ ਦੀ ਛੋਟ ਮਿਲੂਗੀ, ਤੇ ਜਿਹੜਾ ਬੰਦਾ ਹੈ ਉਹ ਵੀ ਤਾਂ ਦੇਖੂਗਾ। ਨਹੀਂ, ਲੇਡੀਜ਼ ਨੂੰ ਸਾਰੀ ਦਿਹਾੜੀ ਜਿਵੇਂ ਆਪਾਂ ਕਹਿੰਦੇ ਹਾਂ ਜੀ ਉਹ ਤਾਂ ਘਰ ਦਾ ਹੀ ਕੰਮ ਕਰੂਗੀ ਜੀ। ਜਿਹੜੀ ਮੇਰੇ ਮੁਤਾਬਕ ਕੋਈ ਔਖਾ ਚੀਜ਼ ਨਹੀਂ ਹੈਗੀ ਜਿਹੜੀ ਆਪਾਂ ਲਾਈਫ ਵਿੱਚ ਨਹੀਂ ਕਰ ਸਕਦੇ, ਵੀ ਬੰਦੇ ਹੀ ਕਰ ਸਕਦੇ ਆ। ਹੁਣ ਤੁਹਾਡੇ ਸਾਹਮਣੇ ਆ ਨੱਕੇ ਮੋੜਨੇ ਆ ਸਪਰੇਅ ਵਗੈਰਾ ਕਰਨੀ ਆ, ਯੂਰੀਆ ਪਾਉਣਾ ਹੈ, ਮੈਂ ਕਈ ਵਾਰੀ ਆਪ ਹੀ ਪਾ ਦਿੰਦੀ ਆ। ਇਹ ਸਾਰਾ ਕੁਛ ਦੇਖ ਲਓ ਵੀ ਇਹਦੇ ਵਿੱਚ ਕੋਈ ਔਖਾ ਨਹੀਂ ਲੱਗਦਾ ਹੈਗਾ ਮੈਨੂੰ। ਇੱਕ ਜੋ ਤੁਹਾਨੂੰ ਇਹ ਦਿੱਕਤਾਂ ਆ ਰਹੀਆਂ, ਤੁਸੀਂ ਫਿਰ ਪੋਲੀਟੀਕਲ ਬੰਦੇ ਥਾਣੇ ਕਚਹਿਰੀਆਂ 'ਚ ਗਏ, ਤੁਹਾਨੂੰ ਮਦਦ ਮਿਲੀ, ਤੁਹਾਨੂੰ ਉੱਥੇ ਨਿਆਂ ਮਿਲਿਆ ਹੈਗਾ? ਉਸ ਟਾਈਮ ਵੀਰ ਜੀ ਸਾਡੀ ਕਿਸੇ ਨੇ ਸਪੋਰਟ ਨਹੀਂ ਕੀਤੀ ਹੈਗੀ। ਸਾਰੇ ਜਾਣੀ ਉਹ ਪੋਲੀਟੀਕਲ ਪ੍ਰੈਸ਼ਰ ਤੋਂ ਦੂਜੇ ਪਵਾਉਂਦੇ ਸੀਗੇ, ਉਹਨਾਂ ਤੋਂ ਡਰ ਕੇ ਪਿੱਛੇ ਹਟ ਜਾਂਦੇ ਸੀ ਜੀ। ਜਾਣੀ ਉਹਨਾਂ ਨੇ ਜਾਣੀ ਸਾਡੇ ਰਿਸ਼ਤੇਦਾਰਾਂ ਨੇ ਬਹੁਤ ਗੰਦ ਵੱਢਿਆ ਉੱਥੇ, ਬਹੁਤ ਗਾਲਾਂ ਕੱਢੀਆਂ। ਅਸੀਂ ਕਿਹਾ ਕੱਢ ਲਓ, ਸਾਨੂੰ ਕੋਈ ਫਰਕ ਨਹੀਂ। ਵੀ ਉਸ ਪਰਮਾਤਮਾ ਨੂੰ ਤਾਂ ਪਤਾ ਨਾ ਵੀ ਅਸੀਂ ਸੱਚੇ ਹਾਂ ਕਿ ਉਹ ਸੱਚੇ ਆ, ਠੀਕ ਆ ਕਿ ਨਹੀਂ। ਪਰ ਹੌਲੀ ਹੌਲੀ ਸਾਡੇ ਉਹਦੇ ਨਾਲ ਹੀ ਫਿਰ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਸਾਡੇ ਕੋਰਟ ਕੇਸ ਹੋਇਆ, ਉਹ ਤੋਂ ਬਾਅਦ ਫਿਰ ਵਕੀਲਾਂ ਦੇ ਥਰੂ ਫਿਰ ਜਾ ਕੇ ਸਾਡੇ ਘਰ ਬਾਰ ਸੀਗਾ ਜਿਹੜਾ ਸਾਡੀ ਜ਼ਮੀਨ ਵਗੈਰਾ ਛੁੱਟੀ ਜਾਣੀ। ਨਹੀਂ ਦੇਖੋ ਵੀ ਬੰਦਾ ਇਹ ਸੋਚਦਾ ਵੀ ਰਿਸ਼ਤੇਦਾਰ ਆ, ਇੱਕ ਤਾਂ ਅਸੀਂ ਪਿਓ ਤੋਂ ਬਾਹਰੇ ਹੋ ਗਏ ਹਨਾ, 3 ਬੱਚਿਆਂ ਦੀ ਜ਼ਿੰਮੇਵਾਰੀ ਆ, ਸਮਾਂ ਕਿ ਉਹਨਾਂ ਨੂੰ ਸਪੋਰਟ ਕਰਦੇ ਉਹ ਸਾਡੀ ਹਨਾ। ਇੱਕ ਸਾਡੇ ਮਤਲਬ ਪਾਪਾ ਦੀ ਜਗ੍ਹਾ ਲੈ ਕੇ ਤਾਂ ਅਸੀਂ ਕਿੰਨੀ ਇੱਜ਼ਤ ਕਿੰਨਾ ਮਾਣ ਦਿੰਦੇ ਉਹਨਾਂ ਨੂੰ ਹਨਾ, ਵੀ ਉਸ ਬੁਰੇ ਟਾਈਮ 'ਚ ਉਹਨਾਂ ਨੇ ਵੀ ਸਾਡਾ ਸਾਥ ਦਿੱਤਾ। ਪਰ ਉਸ ਟਾਈਮ ਕੋਈ ਨਹੀਂ ਜੀ ਸੋਚਦਾ ਹੈਗਾ ਇਸ ਚੀਜ਼ ਨੂੰ। ਇੱਕ ਗੱਲ, ਜਦੋਂ ਤੁਸੀਂ ਸ਼ੁਰੂਆਤ ਕੀਤੀ ਉਦੋਂ ਕਿੰਨੀ ਜ਼ਮੀਨ ਸੀ, ਫਿਰ ਬਾਅਦ ਤੁਸੀਂ ਖਰੀਦੀ ਵੀ ਹੈ ਜ਼ਮੀਨ? ਜਦੋਂ ਮੈਂ ਸ਼ੁਰੂਆਤ ਕੀਤੀ ਸੀ ਮੇਰੇ ਪਾਪਾ ਉਹਨਾਂ ਦੀ ਇਹ ਸਾਡੇ ਕੋਲ 6 ਕਿੱਲੇ ਸੀਗੇ ਜੀ।
ਫਿਰ ਉਹ ਤੋਂ ਬਾਅਦ ਜਾਣੀ ਹੌਲੀ-ਹੌਲੀ ਦੇਖੋ ਸਾਰਾ ਮੈਂ ਸੰਦ ਬਣਾਇਆ ਤੇ ਬਕਾਇਦਾ ਸੰਦ ਨੂੰ ਖੜਾਉਣ ਲਈ ਅਸੀਂ 13-14 ਲੱਖ ਰੁਪਇਆ ਲਾ ਕੇ ਮੈਂ ਬਕਾਇਦਾ ਥਾਂ ਬਣਾਇਆ ਜਾਣੀ ਜੀ ਉਹਨੂੰ ਸਾਂਭਣ ਲਈ, ਹਨਾ ਵੀ ਬਾਹਰ ਖੜੂਗਾ ਸੰਦਾ ਖਰਾਬ ਹੋਊਗਾ। ਤੇ ਉਹ ਤੋਂ ਬਾਅਦ ਫਿਰ ਅਸੀਂ ਹੌਲੀ-ਹੌਲੀ ਜਾਣੀ ਮੈਂ 1 ਕਿੱਲਾ ਜ਼ਮੀਨ ਦਾ ਵੀ ਖਰੀਦਿਆ ਜਾਣੀ ਜੀ। ਤੇ ਕੁਛ ਫਿਰ ਏਦਾਂ ਦੀ ਪ੍ਰੋਬਲਮਸ ਰਹੀਆਂ, ਮੇਰੇ ਬ੍ਰਦਰ ਦਾ ਡਿਵੋਰਸ ਹੋਇਆ ਤੇ ਉੱਧਰ ਵੀ ਅਸੀਂ ਬਹੁਤ ਪੈਸੇ ਦਿੱਤੇ ਜਾਣੀ ਜੀ। ਜਾਣੀ ਉਹ ਸਾਰੇ ਸਰਕਲ ਨੂੰ ਅਸੀਂ ਕਵਰ ਕੀਤਾ ਜਾਣੀ ਦੋਨੋਂ ਭੈਣ ਭਰਾਵਾਂ ਨੇ। ਜਾਣੀ ਜੇ ਅਸੀਂ ਕਹੀਏ ਵੀ ਹਰ ਉਹਦੇ ਵਿੱਚ ਮੇਰਾ ਬ੍ਰਦਰ ਹੋ ਗਿਆ, ਮੈਂ ਹੋ ਗਈ, ਚਲੋ ਮਦਰ ਮੇਰੇ ਹੁਣ ਥੋੜ੍ਹੇ ਜਿਹੇ ਏਦਾਂ ਹੋ ਗਏ, ਨਹੀਂ ਪਹਿਲਾਂ ਮੇਰੇ ਮਦਰ ਨੇ ਵੀ ਹਰ ਇੱਕ ਚੀਜ਼ 'ਚ ਮੇਰਾ ਬਹੁਤ ਸਾਥ ਦਿੱਤਾ ਜਾਣੀ ਐਂ ਮੰਨ ਲਓ ਜਾਣੀ ਉਹਨਾਂ ਨੇ ਮੈਨੂੰ ਚਾਹੇ ਮੇਰੇ ਮੂੰਹ ਤੇ ਮੇਰੀ ਕਦੇ ਤਾਰੀਫ਼ ਨਹੀਂ ਕੀਤੀ ਵੀ ਹਾਂ ਮੇਰੀ ਬੇਟੀ ਇੰਨਾ ਕੰਮ ਕਰਦੀ ਆ, ਉਹ ਅੱਜ ਵੀ ਨਹੀਂ ਕਹਿਣਗੇ। ਪਰ ਜਾਣੀ ਉਹਨਾਂ ਨੇ ਹਰ ਉਹਦੇ ਵਿੱਚ ਮੇਰੀ ਸਪੋਰਟ ਕੀਤੀ ਜਾਣੀ ਜੀ, ਵੀ ਜੋ ਚੀਜ਼ ਦੀ ਲੋੜ ਆ ਵੀ ਤੂੰ ਕਰ ਵੀ ਜਾਣੀ, ਵੀ ਮੈਂ ਤੇਰੇ ਨਾਲ ਆ, ਵੀ ਕੋਈ ਦਿੱਕਤ ਨਹੀਂ ਆਪਾਂ ਨੂੰ ਜਾਣੀ ਇਸ ਚੀਜ਼ ਦੇ ਵਿੱਚ। ਤੁਸੀਂ ਬਿਲੀਵ ਨਹੀਂ ਕਰੋਗੇ ਜਾਣੀ ਮੈਂ ਕਦੇ ਆੜਤੀ ਤੋਂ ਕਰਜ਼ਾ ਹਨਾ ਦੇਖਿਆ ਹੀ ਨਹੀਂ ਸੀ ਵੀ ਕੀ ਚੀਜ਼ਾਂ ਹੁੰਦੀਆਂ ਨੇ। ਜਾਣੀ ਅਸੀਂ 2011 ਦੇ ਵਿੱਚ ਪਹਿਲੀ ਵਾਰੀ ਲੱਖ ਰੁਪਇਆ ਅਸੀਂ ਆੜਤੀਏ ਤੋਂ ਵਿਆਜ ਤੇ ਫੜਿਆ ਸੀ ਜਾਣੀ ਜੀ। ਤੇ ਉਹ ਤੋਂ ਬਾਅਦ ਫਿਰ ਤੁਹਾਡੇ ਕਹਿਣ ਵਾਂਗੂ ਜੱਟ ਜਦੋਂ ਖੇਤੀ 'ਚ ਪੈ ਜਾਂਦਾ ਫਿਰ ਇਹੋ ਜਿਹੀ ਆਦਤ ਬਣਦੀ ਆ, ਆਪਾਂ ਲੈ ਕੇ ਆਪਾਂ ਐਕਸਪੈਂਡ ਕਰੀ ਜਾਂਦੇ ਆ ਜੀ ਅੱਗੇ ਆਪਣੇ ਕੰਮ ਨੂੰ ਜਾਣੀ। ਫਿਰ ਜਦੋਂ ਹੁਣ ਮੇਰੇ ਬ੍ਰਦਰ ਦਾ ਡਿਵੋਰਸ ਹੋਇਆ ਤੇ ਉਸ ਟਾਈਮ ਫਿਰ ਜਾਣੀ ਤੁਸੀਂ ਬਲੀਵ ਨਹੀਂ ਮੰਨੋਗੇ ਜਾਣੀ 20 ਲੱਖ ਰੁਪਇਆ ਵਿਆਜ ਤੇ ਮੈਂ ਚੱਕ ਕੇ ਉਹਦਾ ਵਿਆਜ ਦਿੱਤਾ ਜੀ 2% ਦੇ ਹਿਸਾਬ ਨੂੰ। ਦੇਖੋ ਤੁਸੀਂ ਕਿੰਨਾ ਵਿਆਜ ਬਣ ਗਿਆ। ਜਾਣੀ ਇੱਕ ਵਾਰੀ ਤਾਂ ਮੇਰਾ ਮਨ ਬਿਲਕੁਲ ਢੇਰੀ ਢਾਹ ਗਿਆ ਸੀ ਵੀ ਇੰਨਾ ਵਿਆਜ ਦੇ ਕੇ ਹਨਾ ਜਾਵਾਂਗੇ ਕਿੱਥੇ, ਵੀ ਕੁਛ ਨਾ ਕੁਛ ਤਾਂ ਵੇਚਣਾ ਹੀ ਪਊਗਾ, ਚਾਹੇ ਜਿਹੜੀ ਜ਼ਮੀਨ ਖਰੀਦੀ ਆਪਾਂ ਵੀ ਉਹ ਵੇਚ ਲਈਏ ਜਾਂ ਫਿਰ ਮੇਰਾ ਮਨ ਕਰੇ ਵੀ ਟਰੈਕਟਰ ਵੇਚ ਦਿੰਨੇ ਆ, ਵੀ ਸੀਜ਼ਨ ਲੰਘ ਜਾਏਗਾ ਜਦੋਂ ਹਨਾ ਵੀ ਲੋੜ ਹੋਊਗੀ ਗਾਹਾਂ ਵੀ ਫਿਰ ਦੇਖ ਲਾਂਗੇ। ਪਰ ਜਾਣੀ ਜੀ ਫਿਰ ਮੈਂ ਮਨ ਮਾਰ ਕੇ ਆਪਣੇ ਮਨ ਨੂੰ ਵੀ ਕੁਛ ਨਹੀਂ ਹੁੰਦਾ ਹੈਗਾ। ਫਿਰ ਉਸ ਟਾਈਮ ਜਾਣੀ ਮੇਰੇ ਭੂਆ ਜੀ ਹੋ ਗਏ, ਜਿਵੇਂ ਮੇਰੇ ਵੱਡੇ ਦੀਦੀ ਹੋ ਗਏ, ਇਹਨਾਂ ਨੇ ਬਾਕੀ ਮੇਰੇ ਭੂਆ ਜੀ ਦਾ ਬੇਟਾ ਹੋ ਗਿਆ ਹੈ ਜਿਹੜਾ ਬਾਹਰ ਗਿਆ ਹੋਇਆ, ਇਹਨਾਂ ਸਾਰਿਆਂ ਨੇ ਜਾਣੀ ਮੇਰੀ ਬਹੁਤ ਸਪੋਰਟ ਕੀਤੀ ਜੀ ਜਿਹੜੀ। ਤੇ ਉਹੀ ਸਾਡੇ ਲਈ ਹਨਾ ਹੋਰ ਤਾਂ ਦੂਰ ਦੀ ਗੱਲ ਆ ਜੀ, ਜਿਹੜਾ ਮੇਰੇ ਭਈਆ ਮਤਲਬ ਜਿਵੇਂ ਹੁਣ ਰੇਹ ਰੂ ਪਾ ਕੇ ਜਾਂਦਾ ਹੁੰਦਾ ਸੀ, ਜਦੋਂ ਮੈਂ ਰਜਿਸਟਰੀ ਕਰਾਉਣੀ ਸੀ ਮੇਰੇ ਕੋਲ ਪੈਸੇ ਘੱਟਦੇ ਸੀਗੇ 18,000 ਰੁਪਇਆ, ਵਿਚਾਰੇ ਉਹ ਬੰਦੇ ਕੋਲ 5,000 ਰੁਪਇਆ ਸੀਗਾ, ਉਹ ਵੀ ਮੈਨੂੰ ਹੈਲਪ ਲਈ ਦੇਖ ਲਓ ਮੇਰੀ ਲਈ ਦੇ ਕੇ ਗਿਆ। ਹੁਣ ਮੈਂ ਉਹਦਾ ਅਹਿਸਾਨ ਦੱਸੋ ਕਿਵੇਂ ਉਤਾਰ ਦੂੰਗੀ ਹਨਾ। ਬੁਰੇ ਟਾਈਮ 'ਚ ਚਾਹੇ ਜਿੰਨੇ ਕੁ ਜੋਗਾ ਸੀ ਉਹਨੇ ਜਾਣੀ ਮੈਨੂੰ ਦਿੱਤੇ ਜੀ ਜਾਣੀ ਮੈਂ ਸਭ ਦਾ ਹੀ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਜੋ ਤੁਸੀਂ ਕਹਿ ਰਹੇ ਹੋ ਵੀ ਐਵੇਂ ਐਵੇਂ ਦਿੱਕਤਾਵਾਂ ਆਉਂਦੀਆਂ ਸੀ, ਸੰਘਰਸ਼ ਕਰਨਾ ਪੈਂਦਾ ਸੀ, ਹੌਸਲਾ ਵੀ ਟੁੱਟ ਜਾਂਦਾ ਸੀ, ਕਿਉਂਕਿ ਜਿਹੜੀ ਅੱਗੇ ਸਿਚੁਏਸ਼ਨ ਖੜੀ ਹੁੰਦੀ ਸੀ ਬੜੀ ਟਫ ਹੁੰਦੀ ਸੀ। ਇਹ ਜੋ ਨਿਕਲਣ ਵਾਸਤੇ ਮੋਟੀਵੇਸ਼ਨ ਕੀ ਰਹੀ ਤੁਹਾਡੀ? ਜਾਣੀ ਫਿਰ ਮੈਂ ਆਪਣੀ ਲਾਈਫ ਦੇ ਸਾਰੇ ਪਿਛਲੇ ਪਲ ਮੈਂ ਤੁਹਾਨੂੰ ਦੱਸਿਆ, ਜਿਵੇਂ ਮੈਂ ਆਸਟ੍ਰੇਲੀਆ 'ਚ ਸਟਰਗਲ ਕੀਤਾ ਹਨਾ, ਉੱਥੇ ਮੈਨੂੰ ਲੱਗਦਾ ਹੁੰਦਾ ਸੀ ਕਿੰਨੀ ਹਾਰਡ ਆ ਲਾਈਫ। ਤੇ ਫਿਰ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਵੀ ਮੇਰੇ ਮਦਰ ਨੇ ਵੀ ਇੰਨਾ ਕੁਛ ਕੀਤਾ ਹਨਾ ਆਪਣੀ ਲਾਈਫ ਦੇ ਵਿੱਚ, ਜਾਣੀ ਉਹਨੂੰ ਸੋਚ ਕੇ ਫਿਰ ਮੇਰੀ ਗੱਡੀ ਦੁਬਾਰਾ ਕੰਟੀਨਿਊ ਹੋ ਜਾਂਦੀ ਸੀ। ਜਾਣੀ ਇੱਕ ਵਾਰੀ ਜਿਵੇਂ ਢੇਰੀ ਢਹਿ ਗਈ ਦੁਬਾਰਾ ਫਿਰ ਆਪਾਂ ਨੂੰ ਹੌਸਲਾ ਮਿਲ ਜਾਣਾ। ਜਿਹੜੀ ਹੁਣ ਆਪਾਂ ਬਿਲਕੁਲ ਵਧੀਆ ਉਹਦੇ ਵਿੱਚ ਆ ਗਏ ਜਾਣੀ, ਹੁਣ ਤਾਂ ਥੋੜੇ ਬਹੁਤੇ ਪੈਸੇ ਦੇਣੇ ਆ, ਇੰਨੇ ਕੁ ਤਾਂ ਕਹਿੰਦੇ ਹੁੰਦੇ ਆ ਜੱਟ ਦੇ ਚੱਲੀ ਹੋ ਜਾਂਦੇ ਆ ਜੀ, ਠੀਕ ਆ। ਤਾਂ ਪ੍ਰੋ ਪੰਜਾਬ ਟੀਵੀ ਨਾਲ ਜੁੜਨ ਵਾਸਤੇ ਬਹੁਤ ਬਹੁਤ ਧੰਨਵਾਦ। ਤੇ ਇਹਨਾਂ ਦੀ ਕਹਾਣੀ ਇੱਕ ਮਿਸਾਲ ਹੈ ਸਾਰੇ ਪੰਜਾਬ ਵਾਸਤੇ, ਪੰਜਾਬ ਦੀਆਂ ਧੀਆਂ ਵਾਸਤੇ ਤੇ ਉਹਨਾਂ ਲੋਕਾਂ ਵਾਸਤੇ ਜਿਹੜੇ ਕਿ ਕੁੜੀਆਂ ਤੇ ਔਰਤਾਂ ਤੇ ਸਵਾਲ ਚੱਕਦੇ ਆ ਵੀ ਉਹ ਮਰਦਾਂ ਵਾਲਾ ਕੰਮ ਨਹੀਂ ਕਰ ਸਕਦੀਆਂ। ਕੰਮ ਇਨਸਾਨ ਦੀ ਵਿਲ ਅਕੋਰਡਿੰਗ ਹੁੰਦਾ ਹੈ। ਜੇ ਕਿਸੇ 'ਚ ਵਿਲ ਹੈ, ਜੁਰਤ ਹੈ ਕੰਮ ਕਰਨ ਦੀ, ਉਹ ਕੋਈ ਵੀ ਕੰਮ ਕਰ ਸਕਦਾ ਹੈ। ਕੈਮਰਾਮੈਨ ਜੀਤ ਦੇ ਨਾਲ ਮੈਂ ਸ਼ੁਭਕਰਮਨ ਧਾਲੀਵਾਲ, ਪ੍ਰੋ ਪੰਜਾਬ ਟੀਵੀ ਤੇ।